वरनी किव जाना। नानक आखन सब को आखै, एक दो एक सियाणा। नाम जति सती नहीं पढ़िया, मूर्ख मुक्ता जन्म पाया। प्रणमत नानक तिन की सरना, जिन तू नाही विसरिया। मैं ताण दीवान तू है मेरा स्वामी, मैं तुझ आगे अरदास। मैं होर थां नाही, जिस पर करूं विनती। मेरा दुख सुख तुझ ही पास। चरण शरण गुर एक पैंडा जाए चल। सत गुर कोट पैंडा आगे हुए लेत है। एक बार सतगुर मंत्र सिमरन मात्र, सिमरन ताहि बारंबार गुर देत है। भावनी भगत पाए कौटी अगर भाग राखै। सतगुर सर्ब निदान दान देत है। सतगुर दया निध महिमा अगाध बोध। नमो 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 नमो। नेत 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 है। चवर छतर तख्त दे मालक, वालिए कुल आलम दीन दुनिया दे रहबर, मुजस्माए आबे हयात। सद सुनदा सद वेखदा, शब्द रहिया भरपूर। शब्द गुरु धन 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 श्री गुरु ग्रंथ साहिब सच्चे पातशाह जी। तिन्हां सतगुरां दी पावन पवित्र हजूरी विच जुड़ बैठी गुरु रूप गुरु प्यारी साध संगत जी। बहुत वड्डियां भागां वाले हाँ। सतगुरु जी ने महान कृपा करके अपनी पावन गोदी विच जुड़ बैठण दा इह सुभाग सानूं बख्शिश कीता है। सतगुरु जी की कृपा का सदका आप जी मेरे प्यारे वीरां पासों पावन गुरबाणी का कीर्तन सरवण कर रहे सी। अखीर विच गुरु प्यारिया ने जो शब्द पढ़िया है कि जिहड़ा उस अकाल पुरख वाहिगुरु पार ब्रह्म की शरण विच आ जाता है, उन्होंने किसी भी प्रकार का दुनिया का दुख हो नहीं सकता। ना आद ना ब्याद ते ना उपाद। ओदी रखवाली
ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਰਦੇ ਨੇ, ਪਰ ਸ਼ਰਤ ਇਹ ਹੈ ਕਿ ਸਾਨੂੰ ਸ਼ਰਨ ਵਿੱਚ ਪੈਣਾ ਆ ਜਾਏ। ਆਪਾਂ ਇਸੇ ਹੀ ਤੁਕ ਨੂੰ ਆਧਾਰ ਬਣਾ ਕੇ ਅੱਜ ਦੇ ਇਸ ਸਮੇਂ ਦੇ ਵਿੱਚ ਵਿਚਾਰਾਂਗੇ। ਇਹਦੇ ਵਿੱਚ ਸ਼ਰਨ ਪੈਣ ਵਾਲਿਆਂ ਦੀ ਗੱਲ ਵੀ ਆ ਜਾਏਗੀ। ਇਹਦੇ ਵਿੱਚ ਜਿਨ੍ਹਾਂ ਨੇ ਗੁਰੂ ਦਾ ਆਸਰਾ ਤੱਕਿਆ, ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿੱਚ ਬਿਰਤੀ ਜੋੜੀ, ਉਹਨਾਂ ਦਾ ਜ਼ਿਕਰ ਵੀ ਆਏਗਾ। ਤੇ ਇਸੇ ਵਿਚਾਰ ਵਿੱਚ ਗੁਰੂ ਸਾਹਿਬ ਕਿਰਪਾ ਕਰਨਾ, ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਨੇ ਪਾਰ ਬ੍ਰਹਮ ਵਾਹਿਗੁਰੂ ਜੀ ਦਾ ਆਸਰਾ ਤੱਕ ਲਿਆ, ਤੇ ਜਿਹੜਾ ਉਹਨਾਂ ਨੂੰ ਰੰਗ ਲੱਗ ਗਿਆ, ਉਹ ਰੰਗ ਕਦੇ ਉਤਰਦਾ ਨਹੀਂ। ਗੁਰੂ ਸਾਹਿਬ ਕਿਰਪਾ ਕਰਨ, ਆਪ ਸੰਗਤਾਂ ਆਸੀਸ ਦੇਵੋ। ਸਤਿਗੁਰੂ ਜੀ ਵਿੱਚ ਵਰਤ ਕੇ ਆਪਣਾ ਜਸ ਆਪ ਹੀ ਕਰਵਾ ਲੈਣ। ਕਰੋ ਮਨ ਬਿਰਤੀ ਇਕਾਗਰ ਗੁਰੂ ਪਿਆਰੀ ਸੰਗਤ ਦੀ, ਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਇੱਕ ਵਾਰ ਫਿਰ ਕਿਰਪਾ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਪਿਆਰੇ ਸ਼ਬਦ ਪੜ੍ਹ ਰਹੇ ਸਨ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨਾ ਪਾਈ। ਜਦੋਂ ਕੋਈ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਉਹਦੇ ਉੱਪਰ ਔਂਕੜ ਮੁਸੀਬਤ ਜਿਹੜੀ ਆਉਂਦੀ ਨਹੀਂ, ਤੇ ਜੇ ਆ ਵੀ ਜਾਏ ਤੇ ਉਹਦੀ ਬਿਰਤੀ ਮਾਲਕ ਏਦਾਂ ਦੀ ਬਣਾ ਦਿੰਦੇ ਆ ਕਿ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਉਹ ਇਹਨੂੰ ਇਸ ਪ੍ਰਕਾਰ ਆਪਣੇ ਉੱਤੇ ਸਹਿਣ ਕਰ ਲੈਂਦਾ, ਉਹ ਗਿਲਾ ਤੇ ਸ਼ਿਕਵਾ ਨਹੀਂ ਕਰਦਾ ਮਾਲਕ ਦੇ ਨਾਲ। ਅੱਜ ਦੇ ਇਸ ਸਮੇਂ ਵਿੱਚ ਅਸੀਂ ਇਹੀ ਵਿਚਾਰਨਾ ਹੈ ਕਿ ਜਿਨ੍ਹਾਂ ਨੇ ਮਾਲਕ ਦੀ ਸ਼ਰਨ ਨੂੰ ਪ੍ਰਵਾਨ ਕਰ ਲਿਆ, ਜਿਹੜੇ ਮਾਲਕ ਦੀ ਸ਼ਰਨ ਵਿੱਚ ਆ ਕੇ ਪੈ ਗਏ, ਜਿਨ੍ਹਾਂ ਨੇ ਉਹਦੇ ਅਧੀਨ ਰਹਿਣਾ ਸਵੀਕਾਰ ਕਰ ਲਿਆ, ਤੇ ਵਾਕਿਆ ਹੀ ਗੁਰੂ ਨੇ ਕਿਰਪਾ ਕੀਤੀ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਵੀ ਕੱਟ ਕੇ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟ ਕੇ ਵਾਕਿਆ ਹੀ ਉਹਨਾਂ ਨੂੰ ਆਪਣੀ ਗਲ ਲੱਕੜੀ ਵਿੱਚ ਲਾ ਲਿਆ। ਸ਼ਬਦ ਦੀ ਆਰੰਭਤਾ ਹੁੰਦੀ ਸਤਿਗੁਰੂ ਸਾਹਿਬ ਜੀ ਨੇ, ਜੋ ਗੁਰੂ ਪਿਆਰਿਆਂ ਦੇ ਪਾਸੋਂ ਅਸਥਾਈ ਦੇ ਰੂਪ ਵਿੱਚ ਵਾਰ-ਵਾਰ ਪੰਕਤੀ ਗਾਇਨ ਕਰਵਾਈ ਹੈ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ। ਜਦੋਂ ਕੋਈ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਉਹਨੂੰ ਤੱਤੀ ਵਾਰ ਵੀ ਨਹੀਂ ਲੱਗਦੀ। ਹੁਣ ਨਾਲ ਨਾਲ ਆਪਾਂ ਆਪਣੀ ਬਿਰਤੀ ਨੂੰ ਵੀ ਪੜਚੋਲਣਾ, ਆਪਣੇ ਆਪ ਨੂੰ ਵੀ ਵੇਖਣਾ ਕਿ ਅਸੀਂ ਕਿੰਨੇ ਕੁ ਸ਼ਰਨ ਵਿੱਚ ਪਏ ਆ ਤੇ ਕਿੰਨੇ ਕੁ ਉਸ ਮਾਲਕ ਦੇ ਹੁਕਮ ਤੋਂ ਬਾਹਰ ਹਾਂ। ਸ਼ਰਨ ਵਿੱਚ ਪੈਣਾ ਕੱਲਾ ਇਹ ਨਹੀਂ ਕਿ ਅਸੀਂ ਆ ਕੇ ਨਤਮਸਤਕ ਹੁੰਦੇ ਹਾਂ, ਅਸੀਂ ਆ ਕੇ ਗੁਰੂ ਸਾਹਿਬ ਅੱਗੇ ਦਰਸ਼ਨੀ ਭੇਟਾ ਚੜਾਉਂਦੇ ਹਾਂ, ਅਸੀਂ ਕੜਾ ਪ੍ਰਸ਼ਾਦੀ ਦੇ ਕਰਵਾਉਂਦੇ ਹਾਂ। ਸ਼ਰਨ ਦਾ ਭਾਵ ਹੈ ਕਿ ਅਸੀਂ ਉਸ ਮਾਲਕ ਦੇ ਹੁਕਮ ਨੂੰ ਕਿੰਨਾ ਕੁ ਪ੍ਰਵਾਨ ਕਰਦੇ ਹਾਂ, ਅਸੀਂ ਕਿੰਨਾ ਕੁ ਆਪਣੇ ਆਪ ਨੂੰ ਉਸ ਮਾਲਕ ਦੇ ਅਧੀਨ ਹੋ ਕੇ ਜਿਉਣਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ਇੱਥੋਂ ਕਰਾਂਗੇ। ਆਪਣੇ ਆਪ ਨੂੰ ਨਾਲ ਰੱਖਣਾ ਕਿ ਮੈਂ ਇਸ ਸਮੇਂ ਕਿੱਥੇ ਸਟੈਂਡ ਕਰਦਾ। ਆਰੰਭਤਾ ਕਰਾਂਗਾ ਇੱਕ ਇਸਲਾਮਿਕ ਸਾਹਿਤ ਦੇ ਵਿੱਚੋਂ ਇੱਕ ਘਟਨਾ ਦਾ ਜ਼ਿਕਰ ਹੋਏਗਾ, ਜਿਹਦੇ ਵਿੱਚ ਸ਼ਰਨ ਪੈਣ ਦੀ ਗੱਲ ਹੋਏਗੀ। ਤੇ ਕਈ ਵਾਰੀ ਅਸੀਂ ਸੋਚਦੇ ਹਾਂ, ਰੋਜ਼ਾਨਾ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ, ਕਹਿੰਦੇ ਕਈ ਵਾਰ ਬੰਦਾ ਪਛਤਾਵਾ ਕਰਨ ਲੱਗ ਪੈਂਦਾ ਕਿ ਮੈਨੂੰ ਇੰਨਾ ਸਮਾਂ ਹੋ ਗਿਆ, ਮੈਂ ਕਦੇ ਗੁਰਦੁਆਰੇ ਨਹੀਂ ਗਿਆ, ਕਦੇ ਬਾਣੀ ਨਹੀਂ ਪੜ੍ਹੀ, ਮੇਰੇ ਤੇ ਪਾਪ ਬਹੁਤ ਇਕੱਠੇ ਹੋ ਗਏ ਨੇ, ਹੁਣ ਮੇਰਾ ਗੁਰਦੁਆਰੇ ਜਾਣ ਨਾਲ ਕੁਝ ਵੀ ਨਹੀਂ ਬਣੇਗਾ, ਹੁਣ ਮੈਂ ਕੀ ਕਰਾਂਗਾ। ਰੋਜ਼ ਅਸੀਂ ਰਾਤ ਸ਼ਾਮ ਵੇਲੇ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ,
किड्डियां प्यारियां पंक्तियां। कहते मेरे को जप नहीं हो सकिया। शरण की गल करनी है कि जिहड़ा शरण विच पै जाता उन्होंने तत्ती वाह भी नहीं लगती। हुण असीं जदों अपने जीवन नूं वेखांगे ते भाई गुरदास जी कहते काश किते साडी बिरती इदां दी बन जाए, असीं अपने गुण ते दूजियां दे सामने रखदे हां, जिहड़ियां औगणां दीयां पंडां उहनां नूं छुपा के रखदे हां। सेवा कर ली वो भी दसांगे, नितनेम समय सिर कर लिया वो भी दसांगे, बाणी पढ़ी दसवंध कढ़िया वो ते दसांगे, पर जिहड़ा झूठ बोलिया विकार कमाए इन्ने औगण इकट्ठे कीते उहदे ते पड़दा पाउने आपां, वो दूजे दे फरोलदे आ, अपणिआं नूं ढक के रखदे। गुरु अर्जन साहब महाराज कहंदे कहंदे मेरे कोलों जप नहीं होया, मेरे कोलों तप नहीं होया, मेरे कोलों संजम नहीं रखिया गया, मेरे कोलों साध जना दी सतगुरु दी सेवा नहीं हुई, जप तप संजम धर्म ना कमाया, सेवा साध ना जानिया हर डाया। तो हुण फिर की करिए, निराश होके बह जाइए भी साडे कोल होया नहीं कुछ, असीं धर्म दा बाणा भी पा लिया, सारा कुछ शरीर नूं रंगत उदां दी दे दित्ती, नाल नाल आपां रंग दी भी गल करनी, एक कच्चा ते एक पक्का। हुण शरीर नूं रंग ते ला लिया, बाहरों ते पहरावा धर्म दा पा लिया असीं, लोग ते कहण लग पए कि रब नाल जुड़े हुए आ, ये गुरसिੱਖਿਆ इन्हां ने अमृत की दात प्राप्त की। पर स्वै पड़चोल अपने आप को अंदरों वेखना कि वाकई जो लोग कह रहे मैं वो हाँ कि नहीं हाँ। हुण गुरु अर्जन साहब महाराज जिन्होंने आप कहने जब लो नहीं भाग लिलार बुदया तब लो भ्रमते फिरते बहुतायो, कल घोर समुद्र में बूढ़ थे कब हु मिट है नहीं रे पछतायो, तत् विचार यह मथुरा जग तारण को अवतार बनायो, जप्यो जिन अर्जुन देव गुरु फिर संकट जौन घर बनाया। तो जिन्होंने असीं कहने कि वो धन गुरु अर्जन साहब महाराज प्रतख हर ने, तो पातशाह कह रहे कहते मेरे को जप नहीं होया, मेरे को तप नहीं होया, मेरे को संजम नहीं रखा गया, मेरे को धर्म नहीं कमाया गया, तो असीं तो वड्डे वड्डे बिल्ले ला लए अपने नावां दे नाल। हुण इत्थे की कीता जाए भी जदों अपने औगण, पहली गल तो ये कि अपने अंदर नूं तकना है कि किन्ने क औगण भरे ने अंदर। जदों औगणां दी पछाण होगी, तुहाडा कईयां दा इह सवाल भी होएगा कि बाबा जी पाठ करदे आ, सेवा करदे आ, जदों जरूर बहुतिआं दा इह सवाल होएगा भी जदों पाठ करदे आ जां सेवा करदे आ जां सिमरन करदे आ ते बुरे ख्याल बड़े आउंदे मन विच, मन नहीं टिकदा, बाणी पढ़दे आ मन नहीं टिकदा, सिमरन करदे आ सेवा विच मन नहीं लगदा, बड़े पुठे पुठे ख्याल मनां दे विच आउंदे, आउंदा ना कई वारी साडे दिमाग 'च ख्याल आउंदा। ये पता की आ, जदों असीं गुरुद्वारे आउणा शुरू करदे आ उस तो पहलां भी ये ख्याल आ रहे हुंदे आ, उस तो पहलां भी असीं माड़ा काम कर रहे हुंदे आ, पर जदों असीं गुरु कोल आउण लग पैंदे आ, गुरु एक दर्पण है, गुरु एक शीशा है। जदों गुरु के सामने आईदा तो गुरु साहब तस्वीर विखाउंदे ने भी आह काम चंगा है, आह काम माड़ा है। तो जदों असीं सिमरन करते हैं फिर वो जदों माड़ा विकार मन में आउंदा फिर असीं पछताउने आ भी क्यों आ गया साडे मन दे विच। आउंदा पहिलां भी आ, पर गुरु की हजूरी विच आउण दे नाल, गुरु की शरण विच आउण दे नाल सानूं पछाण हो जाती भी ये काम माड़ा है, तो फिर असीं उहदा पछतावा करते हैं। पहिलां ते अपने अंदरों औगण तकने ने, तो फिर गुरु अर्जन साहब महाराज कहते कहते निराश हो के नहीं बह जाना भी मेरे को सेवा नहीं हुई, मेरे को जप नहीं होया, तप नहीं होया, संजम नहीं रखिया, धर्म नहीं कमाया। तो साहब जी फिर की करिए, फिर किहदे अगे तरला लईए। कह लगे इक्को ही एक दर है, उथे तरला लो, जप तप संजम धर्म ना कमाया, सेवा साध ना जानिया हर डाया, नहीं प्रीत बनी उहदे नाल, नहीं जुड़ सके की करिए। कहो नानक हम नीच कर्मा, शरण परे की राखो शर्मा। वाहिगुरु जी जी मेरे कर्म नीच ने, मेरे कर्म माड़े ने, पर हुण ते मैं तुहाडी शरण विच आ गया ना, ताती वाओ ना लगई पार ब्रह्म शरणाई। जदों पार ब्रह्म की शरण विच आए, पहला औगणा नूं तक लैना है, फरोल लैना अंदरों औगण केड़ा केड़ा है, फिर गुरु अगे तरला लैना है। कहो नानक हम नीच कर्मा, मेरे कर्म नीच ने, मेरे कर्म माड़े ने। कहो नानक हम नीच कर्मा, शरण परे की। हुण ते शरण आ गया ना तुहाडी, मैं हूँ आया दूरों चल के, मैं तकी तो
शरणाए जियो। मैं आशा रखी चित मह मेरा सबो दुख गवाए जियो। मैं इस्लामिक साहित्य विचों एक साखी का जिक्र किया सी तुहाडे नाल। शरण विच पैना कितना सौखा है, अपने औगुणां नूं माफ करवाउणा कितना सौखा है, बहुती देर नहीं लगती। इस्लामिक साहित्य विच एक घटना का जिक्र आउंदा है। बहुत समा बीतिया ते वरखा ना हुई, बारिश ना पई, मीह ना पिया ते लोकां दे विच त्रास त्रास होण लग पई। पातशाह कहंदे जदों काफी चिरां बाद मीह पए ना ते फिर जीव जंतु सुखी हो जाते। मीह पया परमेश्वर पाया, जी जंत सब सुखी वसाया। बड़ा समा बीतिया, औड़ लगी रही, जीव जंतु बेहाल हो गए ते लोकां ने जाके मूसा जी दे अगे तरला लिया। कह लगे भी आप सारे इकट्ठे होके ते नमाज पढ़ीए, खुदा दे अगे तरला लईए, असीं इबादत करांगे, वो अल्लाह जरूर कृपा करनगे ते वरखा होएगी। ये हजरत मूसा साहब नहीं, ये मूसा जी हो रहा है। उन्होंने इदा किया, ढंडोरा पिटवाया कि एक खुले मैदान में सारे लोग, सारा इलाका इकट्ठा होवे ते इकट्ठा होके असीं सारे उस खुदावंद दे अगे दुआ करांगे कि वो कृपा करे ते मीह पवे। उन्हां वास्ते ये सच है, उन्हां दा ये इतिहास है, पर असीं इहनूं गुरबाणी दे राहीं समझ के केवल इहदे विचों सिੱਖਿਆ ਲੈਣੀ आ। उन्हां दा ये इतिहास या उन्हां दी हिस्टरी आ, पर असीं केवल साडी रहत मर्यादा कहंदी है समझण वास्ते असीं दूजियां धर्म ग्रंथां दा हवाला ले सकते हां। ओ जी सारे लोग इकट्ठे हो गए, भैणों ध्यान दे के सरवण करियो। सारे लोग इकट्ठे हो गए एक खुले मैदान दे विच। खुले मैदान दे तकरीबन 70,000 लोगों का इकट्ठा हो गया जी। 70,000 लोग इकट्ठे हो गए ते जिहड़े मूसा साहब उन्हां दी अगवाई कर रहे सन, उन्होंने सारिਆਂ तो अगे खलो के हुण आपां जदों समाप्ति करांगे आनंद साहब पढ़ के ते भाई साहब पल्ला पा के गल विच अरदास करनगे। असीं सारिਆਂ ते बोलना नहीं, असीं ते उदों बोलांगे जदों भाई साहब कहणगे बोलो जी वाहिगुरू। ਇਹਦਾ मतलब है कि असी सारिਆਂ ਦੀ अरदास या बोल भाई साहब रहे आ, पर यह साडी सारिਆਂ ਦੀ दिली अरदास या संगती रूप विच बोलणगे कल्ले ਉਹ खलो के हजूरिया पा के गल दे विच। मूसा साहब जी ने सारिਆਂ ਦੀ अगवाई की ते उस खुदावंद अगे तरला लिया। जदों उन्होंने इबादत की, बंदगी की, दुआ की ते उन्हां नूं इशाद हुंदी है, उन्हां नूं अगों आवाज़ आउंदी है। आवाज़ आई कि मूसा इस तरह करने दे नाल वरखा कोई नहीं होनी, अगे नालों होर कड़ाकी धुप लग गई, घुट लग गया, घुम्मा लग गया। तो मूसा साहब ने खुदावंद नाल गल की, जिक्र किया, कह लगे भी इन्ने लोग इकट्ठे होकर तुहाडे तरले लै रहे हाँ तो तुसीं कहंदे हो वरखा नहीं, ओदा की कारण है? कह लगे ओदा एक कारण यह आ कि तुहाडी भीड़ ते बहुत इकट्ठी हुई आ, पर इस भीड़ दे विच एक काफर बंदा इदां दा है जिन्हों 40 साल हो गए, जिन्हें अज तक कदे नमाज नहीं पढ़ी, कदे रोज़ा नहीं रखिया, कदे उन्हें अपनी कमाई विचों दान पुण्य नहीं किया। उस काफर बंदे दे करके वरखा नहीं होएगी। जिन्नी देर वो बंदा तुहाडे इस मजमे दे विचों बाहर नहीं हुंदा, वरखा कोई नहीं होएगी। मूसा साहब हैरान हो गए, कह लगे भी एक बंदे करके ते खुदावंद मैनूं ये दसो कि हुण मैं एक बंदे नूं लभा किवें? 70,000 दे विचों मैं एक बंदे नूं किवें चुना? कह लगे तू इदां कर, सारिਆਂ दे सामने खलो के आवाज़ दे। ते कह लगे एडे वड्डे इकट्ठ विच आवाज़ पहुंचेगी नहीं, मेरी शरण की गल कर रहे हैं। शरण कहो नानक हम नीच कर्म, शरण परे की रखो शर्मा। शरण पैण दा की लाभ आ? वो कह लगे तेरा काम है, तो सामने खलो के आवाज़ दे, उस बंदे तक आवाज़ पहुँचाना मेरा काम है, मैं पहुँचावांगा वो तक आवाज़। उन्हें इदा किया, सामने खलो के सारिਆਂ संबोधन होके कह लगे है काफर इंसान, तू 40 सालों में कदे नमाज नहीं पढ़ी, कदे रोजा नहीं रखिया, जिस अल्लाह ने तेनों हाथ पैर दिते तू कदे उस खुदावंद का शुक्र नहीं किया, तो जा चुप करके इस काफले दे विचों बाहर हो जा। जिन्नी देर तू बाहर नहीं होएगा उन्नी देर वरखा कोई नहीं होनी। तो तू सारिਆਂ दे वास्ते पाप का भागी ना बन, चुप करके पिछा मुड़ जा। हुण इन्ने जाने बैठे होण ते सारिਆਂ दे कन्नां च कोई आवाज़ पई होवे ते किसी एक बंदे नूं उठ के जाना पवे, सारिਆਂ दी निगाह ते उहदे ते होएगी ना जिन्हें वापस मुड़ के जाना है।
ਉੱਥੇ ਭੈਣ ਵੀ ਬੈਠੀ, ਉੱਥੇ ਭਰਾ ਵੀ ਬੈਠਾ, ਉੱਥੇ ਉਹ ਲੋਕ ਵੀ ਬੈਠੇ। ਇੱਥੋਂ ਨਾਲ ਨਾਲ ਆਪਣੇ ਅੰਦਰ ਅਸੀਂ ਪੜਚੋਲ ਕਰਨੀ। ਪਹਿਲਾਂ ਬੇਨਤੀ ਕੀਤੀ, ਉਹਨਾਂ ਦਾ ਇਤਿਹਾਸ ਆ, ਅਸੀਂ ਇਹਦੇ ਚੋਂ ਸਿੱਖਿਆ ਲੈਣੀ ਆ। ਹੁਣ ਆਪੋ ਆਪਣੇ ਅੰਦਰ ਤੱਕਿਓ ਵੀ ਕਿੰਨੀ ਕਿੰਨੀ ਉਮਰ ਹੋ ਗਈ। ਜਨਮ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਹੋਇਆ ਤੇ ਅਜੇ ਤੱਕ ਅੰਮ੍ਰਿਤ ਕੋਈ ਨਹੀਂ ਛਕਿਆ, ਅਜੇ ਤੱਕ ਗੁਰੂ ਵਾਲੇ ਕੋਈ ਨਹੀਂ ਬਣੇ। ਤੇ ਅੰਦਰ ਆਪਣੇ ਇਹ ਵੀ ਝਾਤੀ ਮਾਰਨੀ, ਜਦੋਂ ਦਾ ਗੁਰੂ ਨੇ ਬਾਣਾ ਬਖਸ਼ਿਆ, ਜਦੋਂ ਦਾ ਗੁਰੂ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਕਿੰਨੀ ਵਾਰੀ ਨਾਂਗਾ ਪਾਇਆ ਆਪਣੇ ਨਿਤਨੇਮ ਦਾ, ਸਵੇਰ ਦਾ, ਸ਼ਾਮ ਦਾ, ਕਿੰਨੀ ਵਾਰ ਅੰਮ੍ਰਿਤ ਵੇਲੇ ਦਾ ਨਾਂਗਾ ਪਾਇਆ। ਇਹ ਵੀ ਆਪਣੇ ਅੰਦਰ ਵੀ ਝਾਤੀ ਮਾਰਨੀ ਨਾਲੋਂ ਨਾਲ। ਉਹਨਾਂ ਨੇ ਦੁਬਾਰਾ ਆਵਾਜ਼ ਫਿਰ ਦਿੱਤੀ ਵੀ ਆ ਕਾਫਰ ਇਨਸਾਨ, ਮੈਂ ਜਾਣਦਾ ਆਵਾਜ਼ ਤੇਰੇ ਤੱਕ ਪਹੁੰਚ ਗਈ ਆ ਤੇ ਤੂੰ ਉੱਠ ਕੇ ਬਾਹਰ ਕਿਉਂ ਨਹੀਂ ਹੁੰਦਾ ਇਹਨਾਂ ਦੇ ਵਿੱਚੋਂ ਸਾਰਿਆਂ ਦੇ। ਹੁਣ ਇੱਕ ਕਹਾਵਤ ਹੈ ਹਿੰਦੀ ਦੀ, ਚੋਰ ਕੀ ਦਾੜੀ ਮੇ ਤਿਨਕਾ। ਉਹਨੂੰ ਤੇ ਪਤਾ ਸੀ, ਜਿਹੜਾ ਨਹੀਂ ਸੀ ਜਾਂਦਾ ਇਬਾਦਤ ਕਰਨ ਵਾਸਤੇ, ਜਿਹਨੂੰ ਭਗਤ ਫਰੀਦ ਸਾਹਿਬ ਨੇ ਵੀ ਏਦਾਂ ਆਖਿਆ ਹੈ ਕਿ ਉੱਠ ਫਰੀਦਾ ਉਹ ਜੋ ਸਾਜ ਸੁਬਹ ਨਿਵਾਜ਼ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਾਪੇ ਉਤਾਰ। ਕਹਿੰਦੇ ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਆ, ਪੰਜੇ ਵਕਤ ਮਸੀਤ ਤੇਰਾ ਫਰਜ਼ ਆ ਜੇ ਮੁਸਲਮਾਨ ਆ। ਹੁਣ ਉਹ ਇਨਸਾਨ ਜਿਹੜਾ ਕਾਫਰ ਵਿੱਚ ਬੈਠਾ ਸੀ, ਉਹਨੇ ਆਪਣੇ ਸੱਜੇ ਤੱਕਿਆ, ਆਪਣੇ ਖੱਬੇ ਤੱਕਿਆ, ਸ਼ਾਇਦ ਕੋਈ ਹੋਰ ਹੀ ਉੱਠ ਪਏ, ਪਰ ਹੋਰ ਕਿਉਂ ਉੱਠੇ? ਕਿਉਂਕਿ ਹੈਗਾ ਹੀ ਉਹ ਆ, ਹੋਰ ਕਿਵੇਂ ਉੱਠ ਪਏ? ਉਹਨਾਂ ਜੋ ਤੀਜੀ ਵਾਰੀ ਆਵਾਜ਼ ਦਿੱਤੀ ਤੇ ਇਸ ਬੰਦੇ ਨੇ ਪਤਾ ਕੀ ਕੀਤਾ ਜੀ, ਇਹ ਉੱਠ ਕੇ ਬਾਹਰ ਨਹੀਂ ਹੋਇਆ। ਸ਼ਰਨ ਪੈਣਾ ਕਿੰਨਾ ਸੌਖਾ ਹੈ, ਇਹ ਉੱਠ ਕੇ ਬਾਹਰ ਨਹੀਂ ਹੋਇਆ। ਇਹਨੇ ਆਪਣੇ ਮੋਢੇ ਤੇ ਰੱਖਿਆ ਹੋਇਆ ਜਿਹੜਾ ਮੁਸੱਲਾ, ਉਹਨੂੰ ਆਪਣੇ ਸਿਰ ਨੂੰ ਢੱਕ ਲਿਆ, ਮੂੰਹ ਹੇਠਾਂ ਕਰ ਲਿਆ। ਤੇ ਮੂੰਹ ਹੇਠਾਂ ਕਰਕੇ ਪਤਾ ਇਹਨੇ ਕੀ ਕੀਤਾ, ਇਹਨੇ ਆਪਣੇ ਹੱਥ ਉਸ ਖੁਦਾਵੰਦ ਦੇ ਅੱਗੇ ਜੋੜ ਕੇ ਉਸ ਅੱਲਾ ਅੱਗੇ ਇੱਕ ਦੁਆ ਕੀਤੀ। ਕਹਿਣ ਲੱਗਾ, ਐ ਅੱਲਾ, ਮੈਂ ਜਾਣਦਾ ਕਿ ਇਹ ਆਵਾਜ਼ ਮੈਨੂੰ ਪੈ ਰਹੀ ਆ ਤੇ ਵਾਰ-ਵਾਰ ਪੈ ਰਹੀ ਆ, ਪਰ ਜੇ ਇੰਨੇ ਲੋਕਾਂ ਦੇ ਵਿੱਚੋਂ ਉੱਠ ਕੇ ਮੈਂ ਬਾਹਰ ਹੋਵਾਂਗਾ ਤੇ ਖੁਦਾਵੰਦ ਮੈਨੂੰ ਕਿਸੇ ਨੇ ਨਗਰ ਵਿੱਚ ਨਹੀਂ ਵੜਨ ਦੇਣਾ, ਮੈਨੂੰ ਤੇ ਕੋਈ ਪਿੰਡ 'ਚ ਨਹੀਂ ਵੜਨ ਦੇਗਾ। ਭੈਣਾਂ ਬੈਠੀਆਂ, ਵੀਰ ਬੈਠੇ ਹੋ, ਸੁਖਮਨੀ ਸਾਹਿਬ ਪੜ੍ਹਦੇ ਹੋ ਤੇ ਨਾਲ ਨਾਲ ਆਪਣੇ ਅੰਦਰ ਨੂੰ ਵੀ ਤੱਕ ਲਿਓ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ, ਜਿਹੜੇ ਪਾਪ ਤੂੰ ਆਪਣੇ ਅੰਦਰ ਲੁਕਾ ਕੇ ਬੈਠਾ ਹੈ, ਜੇ ਤੇਰੀ ਪਤਨੀ ਨੂੰ ਪਤਾ ਲੱਗ ਜਾਣ, ਜੇ ਪਤੀ ਨੂੰ ਪਤਾ ਲੱਗ ਜਾਣ, ਜੇ ਭੈਣਾਂ ਭਰਾਵਾਂ ਤੇ ਮਾਤਾ ਪਿਤਾ ਨੂੰ ਪਤਾ ਲੱਗ ਜਾਣ, ਫੇਰ ਤੇਰੀ ਇੱਜ਼ਤ ਕਰਨਗੇ ਉਹ। ਫਿਰ ਜਿੰਨਾ ਤੇਰਾ ਮਾਣ ਸਤਿਕਾਰ ਕਰਦੇ ਆ ਤੇਰੇ ਬੱਚੇ, ਜੋ ਕੁਝ ਤੇਰੇ ਅੰਦਰ ਚੱਲਦਾ ਹੈ, ਜੇ ਤੇਰੇ ਬੱਚਿਆਂ ਨੂੰ ਪਤਾ ਲੱਗ ਜੇ, ਮਾਪਿਆਂ ਨੂੰ ਪਤਾ ਲੱਗ ਜੇ, ਕੀ ਬਣੇਗਾ? ਬੜੀ ਪਿਆਰੀ ਪੰਕਤੀ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਜਿਹੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਜਿਹਦੀ ਕਿਰਪਾ ਦੇ ਨਾਲ ਤੇਰੇ ਸਾਰੇ ਐਬ ਢੱਕੇ ਹੋਏ ਆ, ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਕੇ। ਉਸ ਮਾਲਕ ਦੇ ਚਰਨਾਂ ਵਿੱਚ ਢਹਿ ਪਾਓ, ਸ਼ਰਨ ਪੈ ਤਾਤੀ ਵਾਓ ਨਾ ਲਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨਾ ਭਾਈ। ਉਹਨੇ ਕੀ ਕੀਤਾ ਜੀ, ਉਹਨੇ ਦੁਆ ਕੀਤੀ ਹੈ, ਪਰਵਤਗਾਰ ਕਿਰਪਾ ਕਰ, ਮੇਰਾ ਪਰਦਾ ਢੱਕ, ਮੇਰਾ ਤੇਰੇ ਨਾਲ ਵਾਅਦਾ ਵਾ। ਤੇ ਅਸੀਂ ਵੀ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨਾਲ ਵਾਅਦਾ ਕਰਕੇ ਜਾਣਾ। ਪਾਤਸ਼ਾਹ ਤੁਸੀਂ ਕਿਰਪਾ ਕੀਤੀ, ਬਾਣੀ ਬਖਸ਼ੀ, ਬਾਣਾ ਬਖਸ਼ਿਆ, ਅੱਜ ਤੋਂ ਬਾਅਦ ਨਾਗਾ ਨਹੀਂ ਪਏਗਾ। ਉਹਨਾਂ ਦੁਆ ਕੀਤੀ, ਉਸਨੇ ਉਸ ਕਾਫਰ ਇਨਸਾਨ ਨੇ ਕਹਿਣ ਲੱਗਾ, ਹੈ ਖੁਦਾਵੰਦ, ਮੇਰਾ ਤੇਰੇ ਨਾਲ ਵਾਅਦਾ ਹੈ, ਅੱਜ ਤੋਂ ਬਾਅਦ ਮੈਂ ਰੋਜ਼ਾ ਵੀ ਰੱਖਣਾ ਸ਼ੁਰੂ ਕਰਾਂਗਾ, ਮੈਂ 5 ਵਕਤ ਦੀ ਨਮਾਜ਼ ਦਾ ਸਮਾਂ ਵੀ ਕਦੇ ਨਹੀਂ ਭੁਜਾਵਾਂਗਾ, ਪਰ ਕਿਰਪਾ ਕਰਕੇ ਅੱਜ ਮੇਰਾ ਪਰਦਾ ਢੱਕ ਲੈ, ਅੱਜ ਮੇਰੀ ਲਾਜ ਰੱਖ ਲੈ। ਤੇ ਪਤਾ ਕੀ ਹੋਇਆ, ਉਸੇ ਵੇਲੇ ਠੰਡੀ ਹਵਾ ਚੱਲਣੀ ਸ਼ੁਰੂ ਹੋਈ, ਕਾਲੇ ਬੱਦਲ ਆਉਣੇ ਸ਼ੁਰੂ ਹੋਏ। ਅਸੀਂ ਕਹਾਂਗੇ ਜੀ ਇਹ ਕਿੱਦਾਂ ਦੀਆਂ ਗੱਲਾਂ ਨੇ, ਪਰ ਭਾਵਨਾ ਵਾਲਿਓ ਜਦੋਂ ਸਵੇਰੇ ਆਸਾਕੀ ਵਾਰ ਸਰਵਣ ਕਰਦੇ ਹੋ ਤੇ ਕੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਭੈ ਵਿੱਚ ਇੰਦ ਫਿਰੈ ਸਿਰ ਭਾਰ। ਕਹਿੰਦੇ ਇੰਦਰ ਜਿਹੜਾ ਵਾ, ਜਿਹਨੂੰ ਕਹਿੰਦੇ ਆ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਭੈ ਵਿੱਚ ਸਤਿਗੁਰੂ ਕਹਿੰਦੇ ਸਾਰੀਆਂ ਚੀਜ਼ਾਂ ਭੈ ਵਿੱਚ ਨੇ। ਭੈ ਵਿੱਚ ਚੱਲਣਾ ਲੱਖ ਦਰਿਆਓ, ਇਹ ਸਾਰੀਆਂ ਚੀਜ਼ਾਂ ਉਸ ਮਾਲਕ ਦੇ ਭੈ ਵਿੱਚ ਚੱਲ ਰਹੀਆਂ। ਕਾਲੀਆਂ ਘਟਾਵਾਂ ਚੜ ਕੇ ਆਉਣੀਆਂ ਸ਼ੁਰੂ ਹੋਈਆਂ ਤੇ ਥੋੜੇ ਸਮੇਂ ਬਾਅਦ ਜਦੋਂ ਬੱਦਲ ਆਵੇ ਪਤਾ ਫਿਰ ਮੀਂਹ ਪਏਗਾ। ਤੇ ਜਿਹੜੇ ਮੂਸਾ ਜੀ, ਉਹਨਾਂ ਆਖਿਆ, ਖੁਦਾਵੰਦ ਬੰਦਾ ਤੇ ਕੋਈ ਵੀ ਨਹੀਂ ਉੱਠ ਕੇ ਬਾਹਰ ਹੋਇਆ,
ध्यान नाल सरवण करियो इस बेनती नूं। कहंदे बंदा ते कोई भी नहीं उठ के बाहर गया इत्थों, ते कालियां घटावां चढ़ के आ गईयां ने, ते हुणे मींह पएगा ते ਇਹ ਕਿੱਦਾਂ ਹੋ ਗਿਆ? ਤੁਸੀਂ ਤੇ ਕਹਿੰਦੇ ਸੀ ਜਿੰਨੀ ਦੇਰ ਉਹ ਬੰਦਾ ਕਾਫਰ ਬਾਹਰ ਨਹੀਂ ਜਾਂਦਾ ਮੀਂਹ ਨਹੀਂ ਪੈਣਾ, ਤੇ ਇਹ ਕੀ ਭਾਣਾ ਵਾਪਰਿਆ? ਤੇ ਉਹਨਾਂ ਨੂੰ ਜਿਹੜੀ ਅੱਗੋਂ ਗੱਲਬਾਤ ਪਤਾ ਲੱਗੀ, ਜਿਹੜੀ ਉਹਨਾਂ ਦੇ ਅੰਦਰ ਉਹ ਆਮਦ ਹੋਈ, ਖੁਦਾਵੰਦ ਨੇ ਸੁਨੇਹਾ ਭੇਜਿਆ, ਐ ਮੂਸਾ ਜਿਹੜਾ ਬੰਦਾ ਪਿਛਲੇ 40 ਸਾਲਾਂ ਤੋਂ ਮੇਰੇ ਤੋਂ ਮੁਨਕਰ ਹੋਇਆ ਬੈਠਾ ਸੀ, ਮੇਰੇ ਤੋਂ ਮੂੰਹ ਵੱਟੀ ਬੈਠਾ ਸੀ, ਹੁਣੇ ਹੁਣੇ ਮੇਰੀ ਉਹਦੇ ਨਾਲ ਦੋਸਤੀ ਹੋ ਗਈ ਆ, ਹੁਣੇ ਹੁਣੇ ਮੇਰੀ ਉਹਦੇ ਨਾਲ ਦੋਸਤੀ ਹੋ ਗਈ ਆ। ਤੇ ਅਸੀਂ ਕਹਾਂਗੇ ਜੀ ਇਹ ਕਿਵੇਂ? ਤੇ ਗੁਰਬਾਣੀ ਚੋਂ ਪੜ੍ਹ ਲਓ, ਸਤਿਗੁਰੂ ਸਾਹਿਬ ਕਿਰਪਾ ਕਰਦੇ ਨੇ, ਜੈਸਾ ਬਾਲਕ ਭਾਏ ਸੁਭਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਅੱਗੇ ਕੀ ਜੀ? ਨਿਮਕ ਏਕ, ਤੇ ਨਿਮਕ ਕਿੰਨਾ ਕੁ ਹੁੰਦਾ ਹੈ? ਇੱਕ ਪਲ ਲੱਗਦਾ ਹੈ ਸ਼ਰਨ ਵਿੱਚ ਪੈਣ ਲੱਗਿਆ, ਕੇਵਲ ਇੱਕ ਪਲ। ਪੁਲਿਸ ਵਾਲੇ ਕਿਸੇ ਚੋਰ ਨੂੰ ਫੜ ਲੈਣ, ਕਿਸੇ ਕਾਤਲ ਨੂੰ ਫੜ ਲੈਣ, ਜਿੰਨੇ ਕੋਈ ਵੱਡਾ ਗੁਨਾਹ ਕੀਤਾ ਹੋਵੇ ਫੜ ਲੈਣ, ਪਰ ਉਨੀ ਦੇਰ ਸਜ਼ਾ ਨਹੀਂ ਦਿੰਦੇ ਜਿੰਨੀ ਦੇਰ ਉਹਦੇ ਕੋਲੋਂ ਕਬੂਲ ਨਹੀਂ ਕਰਵਾ ਲੈਂਦੇ ਵੀ ਮੈਂ ਆਹ ਇਦਾਂ ਕੀਤਾ ਹੈ, ਆਹ ਚੀਜ਼ ਨੂੰ ਇੱਥੋਂ ਚੁੱਕਿਆ, ਇਦਾਂ ਮਾਰਿਆ, ਇੱਥੇ ਸੁੱਟ ਦਿੱਤਾ, ਉਹਦੇ ਕੋਲੋਂ ਕਬੂਲ ਕਰਵਾਉਂਦੇ ਆ। ਤੇ ਅਸੀਂ ਆਪਣਾ ਚੰਗਾ ਪੱਖ ਲਿਆ ਕੇ ਰੱਖਦੇ ਹਾਂ ਜੀ, ਅੱਜ ਨਿਤਨੇਮ ਕਰ ਲਿਆ ਜੀ, ਸਾਨ ਕੀਤਾ ਗੁਰੂ ਦੇ ਉੱਤੇ, ਅੱਜ ਸੇਵਾ ਕਰ ਲਈ ਆ ਜੀ, ਇਹ ਤੇ ਸਾਡਾ ਫਰਜ਼ ਬਣਦਾ। ਇਹ ਅਸੀਂ ਸਾਨ ਨਹੀਂ ਕਰ ਰਹੇ ਗੁਰੂ ਪਿਤਾ ਦੇ ਉੱਤੇ, ਇਹ ਸਾਡਾ ਫਰਜ਼ ਹੈ ਤੇ ਵੱਧ ਤੋਂ ਵੱਧ ਕਰਨਾ ਚਾਹੀਦਾ। ਮੈਂ ਉਹ ਗੱਲ ਆਪਣੀ ਪੂਰੀ ਕਰਦਿਆਂ ਤੇ ਮੂਸਾ ਜੀ ਨੇ ਪਤਾ ਕੀ ਕੀਤਾ? ਗੁਰਬਾਣੀ ਦੀ ਪੰਕਤੀ ਨਾਲ ਲਵਾਂਗਾ। ਸਤਿਗੁਰੂ ਸਾਹਿਬ ਕਿਰਪਾ ਕਰਦੇ, ਦਾਤੀ ਸਾਹਿਬ ਸੰਦੀਆ ਕਿਆ ਚੱਲੈ ਤਿਸ ਨਾਲ, ਇੱਕ ਜਾਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਮੂਸਾ ਜੀ ਕਹਿਣ ਲੱਗੇ ਇੱਥੇ ਤੇ ਲੋਕਾਂ ਦੇ ਅੰਗੂਠੇ ਘਸ ਗਏ, ਤਸਬੀਹ ਫੇਰਦਿਆਂ, ਗੋਡੇ ਘਸ ਗਏ, ਨਮਾਜ਼ਾਂ ਪੜ੍ਹਦਿਆਂ, ਤੇ ਤੁਸੀਂ ਕਹਿੰਦੇ ਸੀ 40 ਸਾਲ ਹੋ ਗਏ ਬੰਦਾ ਉਹਨੇ ਕਦੀ ਨਮਾਜ਼ ਹੀ ਨਹੀਂ ਪੜ੍ਹੀ, ਤੇ 1 ਮਿੰਟ 'ਚ ਜਾਰੀ ਪੈ ਗਈ ਤੁਹਾਡੇ ਉਹਦੇ ਨਾਲ। ਚਲੋ ਜੇ ਤੁਹਾਡੀ ਉਹਦੇ ਨਾਲ ਗੰਢ ਪੈ ਹੀ ਗਈ ਆ, ਤੇ ਇੱਕ ਕਿਰਪਾ ਕਰੋ ਮੈਨੂੰ ਐਸੇ ਇਨਸਾਨ ਦੇ ਦਰਸ਼ਨ ਹੀ ਕਰਵਾ ਦਿਓ। ਤੇ ਜਵਾਬ ਪਤਾ ਅੱਗੋਂ ਕੀ ਆਇਆ? ਕਹਿਣ ਲੱਗੇ ਜਦੋਂ ਉਹ ਬੰਦਾ 40 ਸਾਲ ਮੇਰੇ ਤੋਂ ਮੁਨਕਰ ਰਿਹਾ, ਮੈਂ ਉਦੋਂ ਉਹਦੇ ਤੇ ਪਰਦਾ ਪਾ ਛੱਡਿਆ, ਹੁਣ ਤੇ ਉਹ ਮੇਰਾ ਮਿੱਤਰ ਹੋ ਗਿਆ ਹੈ, ਹੁਣ ਮੈਂ ਪਰਦਾ ਕਿਵੇਂ ਦੂਰ ਕਰ ਦਿਆਂ? ਹੁਣ ਮੈਂ ਉਹਨੂੰ ਕਿਵੇਂ ਨਸ਼ਰ ਕਰਦਿਆਂ ਲੋਕਾਂ ਦੇ ਵਿੱਚ ਵੀ ਇਹ ਵਾਲਾ ਬੰਦਾ ਹੈ, ਜਦੋਂ ਮੇਰੇ ਨਾਲੋਂ ਟੁੱਟਾ ਸੀ, ਜਦੋਂ ਕਦੇ ਉਹਨੇ ਨਮਾਜ਼ ਹੀ ਨਹੀਂ ਸੀ ਪੜ੍ਹੀ, ਕਦੇ ਉਹਨੇ ਮੈਨੂੰ ਚੇਤੇ ਹੀ ਨਹੀਂ ਸੀ ਕੀਤਾ, ਮੈਂ ਤੇ ਉਦੋਂ ਪਰਦਾ ਪਾ ਛੱਡਿਆ, ਤੇ ਹੁਣ ਮੈਂ ਕਿਵੇਂ ਉਹਦਾ ਜਿਹੜਾ ਵਾ ਪਰਦਾ ਜ਼ਾਹਰ ਕਰਦੇ ਆ? ਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ। ਬੇਸ਼ੱਕ ਇਹ ਇੱਕ ਇਸਲਾਮ ਦੀ ਸਾਖੀ ਹੈ, ਪਰ ਗੁਰੂ ਪਿਆਰ ਵਾਲਿਓ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੈਤ ਸ੍ਰੀ ਰਾਗ ਵਿੱਚ ਕਿਰਪਾ ਕਰਦੇ ਹੋ, ਕਹਿੰਦੇ ਵੱਡਾ ਸਾਰਾ ਢੇਰ ਲੱਕੜਾਂ ਦਾ ਇਕੱਠਾ ਕੀਤਾ ਹੋਵੇ, ਤੇ ਕੀ ਉਸ ਢੇਰ ਨੂੰ ਸਾੜਨ ਵਾਸਤੇ ਓਨੇ ਸਿਲੰਡਰ ਚਾਹੀਦੇ ਨੇ? ਕੀ ਉਸ ਢੇਰ ਨੂੰ ਲੱਕੜਾਂ ਦੇ ਨੂੰ ਸਾੜਨ ਵਾਸਤੇ ਓਨੇ ਕੁਇੰਟਲ ਹੀ ਅੱਗ ਚਾਹੀਦੀ ਹੈ? ਇੱਕ ਛੋਟੀ ਜੀ ਤੀਲੀ ਉਹਨੂੰ ਲਾਓ, ਇੱਕ ਛੋਟੀ ਜੀ ਬਲਦੀ ਹੋਈ ਚੰਗਿਆੜੀ ਉਸ ਬਾਲਣ ਦੇ ਵਿੱਚ ਰੱਖ ਦਿਓ, ਸਾਰੇ ਬਾਲਣ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਤੋਂ ਇੱਕ ਵਾਰੀ ਆ ਕੇ ਝੁਕਦੇ ਸਹੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਈਂਦਨ ਕੀਤੋ ਮੂੰਹ ਘਣਾ, ਭੋਰੀ ਦਿੱਤੀ ਮਭਾਹੇ। ਕਹਿੰਦੇ ਵੱਡਾ ਢੇਰ ਲੱਕੜਾਂ ਦਾ ਇਕੱਠਾ ਕੀਤਾ ਹੋਵੇ, ਇੱਕ ਭੋਰਾ ਜਿੰਨੀ ਅੱਗ ਉਹਦੇ ਵਿੱਚ ਰੱਖਦੀ ਹੈ ਤੇ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਕਦੇ ਜੋਦੜੀ ਤੇ ਕਰੀਏ ਪਾਤਸ਼ਾਹ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੈ ਹਮਾਰੀ। ਵਾਹਿਗੁਰੂ ਤੁਹਾਡੀ ਸ਼ਰਨ ਵਿੱਚ ਆਏ ਆ, ਤੇ ਤੁਹਾਡਾ ਇੱਕ ਸੁਭਾਅ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਹੜਾ ਆਵੇ ਤੇ ਸਹੀ ਕੀ ਕਰਦੇ? ਮਾਲਕ ਨੂੰ ਆਪਣੇ ਗਲ ਨਾਲ ਲਾ ਲੈਂਦੇ। ਜਿਹੜਾ ਆ ਕੇ ਮੰਨ ਗਿਆ ਨਾ ਮੇਰੇ ਕੋਲੋਂ ਗੁਨਾਹ ਹੋਏ ਆ, ਉਹਨੂੰ ਆਪਣੀ ਛਾਤੀ ਨਾਲ ਲਾ ਲੈਂਦੇ ਆ।
ताती वाओ न लगए, पार ब्रह्म शरणाई, चौगिरद हमारे राम कार, दुख लगे ना पाई। इत्थे हुण मैं इस गल नूं क्लीयर करा थोड़ा जिहा। चौगिरद हमारे राम कार, राम कार किहनूं कहिंदे आ? ਉਹ वाली रेखा ਜਿਹਨੂੰ लक्ष्मण रेखा कह दिता जाता है। तो जदों असीं हिंदू ਸਾਹਿਤ पढ़ते हाँ तो ਉਹਦੇ ਵਿੱਚ ਜ਼ਿਕਰ आउंदा है, जदों असीं रामायण पढ़ांगे कि जदों राम जी एक हिरन का शिकार करन वास्ते जाते ने, जिहड़ा हिरन ਉਹ रावण छलिया रूप बन के आया सी, ते जदों शिकार करन वास्ते जाते आ ते लक्ष्मण नूं सीता जी की जिम्मेवारी दे के जाते आ। ते जदों सीता जी जोर पा के लक्ष्मण नूं भेजदे आ ते जाण तो पहलां लक्ष्मण एक लकीर खिंच के जांदा है कुल्ली दे दुआले, उस झौंपड़ी के दुआले एक लकीर खिंचदा है। ते जिन्नी देर सीता जी उस दायरे दे विच रहिंदे सन उन्नी देर वो सलामत ने, जिन्नी देर उस शरण दे विच ने, उस दायरे दे अंदर ने, उन्नी देर वो सलामत रहे। रावण क्रॉस नहीं सी कर सकदा, उन्होंने सड़दा सी, वो बलदा सी। जदों पैर टप के बाहर गए तो धोखा खा गए, कैद होना पिया, लंका जाना पिया। ते सतगुरु जी कहते आ चौगिरद हमारे राम कार, तुहाडे भी आले दुआले उस मालिक ने वो राम कार खिंची है। जिन्नी देर असीं शरण विच रहिंदे आ, दुनिया की कोई ताकत जिहड़ी आ वो सानू मार नहीं सकती, सानू धोखा नहीं दे सकती। पुछो गुरु नानक साहब महाराज कहणगे कि ना ओह मरै ना ठागे जाहै, जिन कै राम वसै मन माहि। जिन्हां दे हिरदे विच परमेश्वर वस गया, हर बिसरत सदा खुवारी, ताकौ धोखा कहाँ व्यापै, जाकौ ओट तुहारी। जिन्होंने उस मालिक का आसरा कभी धोखा नहीं दे सकते। हुण वीरां वालों हुक्म होया सी, पर आपां संदर्भ यही रखांगे, विशा यही रखांगे कि जिन्होंने उस मालिक की शरण विच पैना प्रवान कर लिया, उन्होंने कभी कोई दुनिया की ताकत मार नहीं सकती, हरा नहीं सकती। प्रहलाद का जिक्र करिए तो भाई साहब दस रहे सन, प्रगट सिंह जी तिम्मोवाल पिछले समय उन्होंने हाजरी भरी तो वह प्रहलाद जी का सुना गए कि किवें हुण वेखो संगत जी जिन्होंने मालिक का आसरा तकिया। प्यो कहता तू मेरा नाम जप, प्यो कहता है तू मेरा नाम जप, तो हर बच्चा चाहता है कि मैं अपने प्यो का नाम रोशन करा। तो चाहिए तो फिर यही सी ना भी अपने पिता नूं कहते जले हरनाकश थले हरनाकश, भी अपने पिता का नाम जपते। पर नहीं, जिन्हों ने उस मालिक की शरण विच रहना प्रवान कर लिया, वो उस मालिक नूं अपने माता पिता तो भी अगे रखते आ। तो कहते ने तू मेरा पिता, तू है मेरा माता, तू मेरा बंधप, तू मेरा भ्राता, तू मेरा राखा सबनी थाई, ता पौ केहा काढ़ा दी। उन्होंने पता है मालिक सानू बचाएगा। जिन्होंने शरण विच रहना प्रवान कर लिया, गुरु प्यारिओ उन्हां दी लाज मालिक आप रखता है। उन्होंने रुख तो सुटिया जाता है। आवांगे होले महल्ले तक, आवांगे शरण विच पैण वालियां नूं लगे हुए सच्चे रंग तक, पर जिक्र जरूर प्रहलाद जी का होएगा, क्योंकि ये होलिका तो उहदे दहन तो ये होली बनी। ते हौली हौली ये जिहड़ा सारी रूप रेखा विगड़ गई। लोगों ने एक दूजे के उत्ते चिक्कड़ सुटना शुरू कर दिता, गाली गलोच करना शुरू कर दिता, वन सवन्ने नशे करने शुरू कर दिते। जदों दशमेश पिता ने तकिया भी इन्हां लोगों ने ते इह सारे दा सारा सिलसिला ही बिगाड़ दिता है। ये लोग जेड़े अज एक दूजे उत्ते चिक्कड़ सुट सुट के होली खेडदे आ, ये झूठे रंग सुट के होलियां खेडदे आ, जे कल नूं किते लोड़ पई ते हथियार किवें चुकणगे? अज मैनूं माफ़ी दे दिओ, साडीआं जेबां दे विच मोबाइल ते महंगे तो महंगे होणगे। अज साडी जेब दे विच मोबाइल महंगे तो महंगे आ, ते जदों श्री साहब लैनी होवे ना दुकान ते जाके, उत्थे कहणगे भाई साहब कोई सस्ती जी नहीं हैगी, वो दिखा दिओ सानूं। कोई सस्ती जी होवे ते बहुते इसे करके वारी वारी अमृत छक लैंदे आ भी श्रोमणी गुरुद्वारा प्रबंधक कमेटी जदों अमृत छकाउंदी है, उदों कशहरे भी फ्री दे दिंदी है ते श्री साहब भी फ्री मिल जाती है। मोबाइल महंगे तो महंगे, बाकी दे खर्चे महंगे तो महंगे। ते पुछो दशमेश पिता नूं
ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਜਿਹੜਾ ਸਿੱਖ ਆਪਣੇ ਤਨ ਦੇ ਉੱਤੇ ਕੀਮਤੀ ਤੋਂ ਕੀਮਤੀ ਸ਼ਸਤਰ ਸਜਾ ਕੇ ਮੇਰੇ ਕੋਲ ਆਉਂਦਾ ਨਹੀਂ, ਮੈਂ ਉਹਨੂੰ ਕਿਵੇਂ ਪ੍ਰਵਾਨ ਕਰ ਲਵਾਂ। ਦਸ਼ਮੇਸ਼ ਪਿਤਾ ਕਹਿੰਦੇ ਜਬ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਸਤਰ ਸਜਾਵੋ। ਕਹਿੰਦੇ ਜਦੋਂ ਸਾਡਿਆਂ ਦਰਸ਼ਨਾਂ ਨੂੰ ਆਉਣਾ ਹੈ ਸੁਚੇਤ ਹੋ ਕੇ ਤੇ ਕੀਮਤੀ ਤੋਂ ਕੀਮਤੀ ਸ਼ਸਤਰ ਆਪਣੇ ਸਰੀਰਾਂ ਦੇ ਉੱਤੇ ਪਹਿਨ ਕੇ ਆਓ। ਭੈਣਾਂ ਨੂੰ ਬੇਨਤੀ ਕਰਾਂਗਾ, ਅੱਜ ਦੀ ਜਿਹੜੇ ਸਮੇਂ ਦੀ ਹਾਲਾਤ ਆ, ਤੁਸੀਂ ਆਪਣੇ ਸਿਰਾਂ ਤੇ ਕਿਸ ਕੀ ਸਜਾਈ ਹੋਵੇ, ਕਿਸੇ ਭੈਣ ਨੇ ਅੰਮ੍ਰਿਤ ਛਕ ਕੇ ਗਲ ਵਿੱਚ ਸ੍ਰੀ ਸਾਹਿਬ ਪਾਇਆ ਹੋਵੇ ਤੇ ਉਹ ਭੈਣ ਕਿਤੇ ਬਾਜ਼ਾਰ ਵਿੱਚ ਜਾਏ, ਕਿਤੇ ਆਪਣੀ ਡਿਊਟੀ ਤੇ ਜਾਏ ਤੇ ਕਿਸੇ ਦੀ ਹਿੰਮਤ ਨਹੀਂ ਉਸ ਭੈਣ ਵੱਲ ਕੋਈ ਅੱਖ ਕਰਕੇ ਤੱਕ ਵੀ ਜਾਏ। ਪਰ ਜਦੋਂ ਚੌਗਿਰਦ ਹਮਾਰਾ ਰਾਮਕਾਰ ਤੇ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਗਏ ਪਿਪਲੀ ਸਾਹਿਬ ਤੇ ਉਸ ਦਿਨ ਵਿਸ਼ਾ ਚੱਲ ਰਿਹਾ ਸੀ, ਵਿਸ਼ਾ ਚੱਲ ਰਿਹਾ ਸੀ। ਅੱਜ ਦੇ ਸਿੱਖਾਂ ਦੀ ਹਾਲਾਤ ਇਦਾਂ ਦੀ ਹੈ, ਘਰੋਂ ਚੱਲਣਗੇ ਪ੍ਰਸ਼ਾਦਾ ਪਾਣੀ ਛਕਿਆ ਹੋਵੇਗਾ, ਜਦੋਂ ਘਰੋਂ ਚੱਲਣਾ ਰਸਤੇ ਦੇ ਵਿੱਚ ਕਿਤੇ ਲੰਗਰ ਲੱਗਾ ਹੋਵੇ, ਕਿਤੇ ਪੂੜੀਆਂ ਛੋਲੇ ਚੱਲਦੇ ਹੋਣ, ਕਿਤੇ ਚੌਲ ਚੱਲਦੇ ਹੋਣ, ਤੇ ਇਹਨਾਂ ਨਹੀਂ ਇਹ ਵੇਖਣਾ ਕਿ ਉੱਥੇ ਫੋਟੋ ਕਿਹਦੀ ਲੱਗੀ ਆ, ਇਹ ਕਿਹੜੇ ਸਬੰਧ ਦੇ ਵਿੱਚ ਲੰਗਰ ਲਾਇਆ ਹੈ, ਇਹ ਕਿਉਂ ਇਹ ਵਰਤਾ ਰਹੇ ਨੇ, ਜਾਂ ਇਹਦੇ ਪਿੱਛੇ ਮੋਟਿਵ ਕੀ ਹੈ ਇਹਨਾਂ ਦਾ, ਜਾਂ ਕਿਸ ਸੰਦਰਭ ਦੇ ਵਿੱਚ ਲੰਗਰ ਲਾਇਆ। ਉੱਥੇ ਬਸ ਜਾ ਕੇ ਲਾਈਨ ਦੇ ਵਿੱਚ ਖਲੋ ਜਾਣਾ ਹੈ। ਬਹੁਤ ਵਿਰਲੇ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਆ, ਨਹੀਂ ਤੇ ਬਹੁਤੇ ਇਸੇ ਹੀ ਵਹਿਣ ਦੇ ਵਿੱਚ ਵਹਿ ਜਾਂਦੇ ਆ। ਭਾਈ ਚੌਪਾ ਸਿੰਘ ਜੀ ਦਾ ਇੱਕ ਰਹਿਤਨਾਮਾ ਆ, ਤੇ ਰਹਿਤਨਾਮੇ ਉਹ ਨੇ ਜਿਹੜੇ ਦਸ਼ਮੇਸ਼ ਪਿਤਾ ਆਪਣੀ ਰਸਨਾ ਤੋਂ ਬੋਲਦੇ ਸਨ ਤੇ ਗੁਰਸਿੱਖ ਪਿਆਰੇ ਉਹਨਾਂ ਨੂੰ ਲਿਖ ਲੈਂਦੇ। ਉਹਦੇ ਵਿੱਚ ਪ੍ਰਹਿਲਾਦ ਜੀ ਦਾ ਵੀ ਆਉਂਦਾ ਹੈ। ਇਹ ਪ੍ਰਹਿਲਾਦ ਜੀ ਭਗਤ ਪ੍ਰਹਿਲਾਦ ਨਹੀਂ, ਇਹ ਪ੍ਰਹਿਲਾਦ ਸਿੰਘ ਨੇ। ਭਾਈ ਚੌਪਾ ਸਿੰਘ ਦਾ ਆਏਗਾ, ਭਾਈ ਦੇਸਾ ਸਿੰਘ ਤੇ ਹੋਰ ਬਹੁਤਾਤ ਸਿੰਘਾਂ ਦੇ ਆਉਣਗੇ। ਉਹਨਾਂ ਦਾ ਇੱਕ ਰਹਿਤਨਾਮਾ, ਉਹ ਕਹਿੰਦੇ ਨੇ ਜਹਾਂ ਤਹਾਂ ਕਾ ਜੋ ਸ਼ਕੈ ਪ੍ਰਸਾਦ ਸੋ ਮੇਰਾ ਸਿੱਖ ਨਹੀਂ ਅੰਤ ਔਰ ਆਦ। ਅਸੀਂ ਘਰੋਂ ਤੁਰੇ, ਕਿਤੇ ਕਿਸੇ ਦੇਵੀ ਨੂੰ ਯਾਦ ਕਰਕੇ ਲੰਗਰ ਲਾਇਆ, ਅਸੀਂ ਉੱਥੇ ਖਲੋ ਗਏ। ਹਾਂ, ਮੈਨੂੰ ਮਾਫੀ ਦੇ ਦਿਓ, ਜੇ ਕੋਈ ਹਿੰਦੂ ਭੈਣ ਬੈਠੀ ਆ, ਕੋਈ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲਾ ਵੀਰ ਬੈਠਾ ਹੈ, ਉਹਨਾਂ ਨੂੰ ਮੁਬਾਰਕ ਹੈ ਉਹਨਾਂ ਦਾ ਧਰਮ, ਉਹ ਆਪਣੇ ਧਰਮ ਵਿੱਚ ਪੱਕੇ ਰਹਿਣ। ਪਰ ਜਿਹੜਾ ਗੁਰਸਿੱਖ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖਾਂ ਦੇ ਘਰੇ ਪੈਦਾ ਹੋ ਕੇ ਤੇ ਇੰਨੀ ਵੀ ਵਿਚਾਰ ਨਹੀਂ ਕਰਦਾ, ਇਹਨੂੰ ਕੱਟੜਤਾ ਨਾ ਮੰਨਿਓ ਵੀ ਸ਼ਾਇਦ ਇਹ ਕੱਟੜਤਾ ਹੈ। ਕੱਟੜਤਾ ਨਹੀਂ ਸੰਗਤ ਜੀ, ਭਾਗਾ ਵਾਲਿਓ, ਇਹ ਸਾਡਾ ਨਿਆਰਾਪਨ ਹੈ, ਇਹ ਸਾਡਾ ਨਿਆਰਾਪਨ ਆ। ਤੇ ਸਤਿਗੁਰੂ ਨੇ ਕਿਹਾ ਜਿੰਨੀ ਦੇਰ ਤੁਸੀਂ ਨਿਆਰੇ ਰਹੋਗੇ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਸੀਂ ਘਰੋਂ ਚੱਲੇ, ਕਿਤੇ ਲੰਗਰ ਲੱਗਾ ਹੋਵੇ ਤੇ ਅਸੀਂ ਨਹੀਂ ਵੇਂਦੇ, ਅਸੀਂ ਚੁੱਪ ਕਰਕੇ ਜਾ ਕੇ ਲਾਈਨ ਵਿੱਚ ਖਲੋ ਜਾਂਦੇ ਆ। ਉੱਥੇ ਅਸੀਂ ਚੁੱਪ ਕਰਕੇ ਲੈ ਕੇ ਡੂਨੇ ਤੇ ਸ਼ਕਲ ਲੱਗ ਪੈਨੇ ਆ। ਪ੍ਰਸ਼ਾਦ ਪਾਣੀ ਘੱਟੋ ਘੱਟ ਗੁਰਸਿੱਖਾ ਆਪਣੇ ਸੀਸ ਤੇ ਬੱਜੀ ਹੋਈ ਦਸਤਾਰ ਵੱਲ ਤੱਕ, ਆਪਣੇ ਸੀਸ ਤੇ ਸਜਾਈ ਹੋਈ ਦਸਤਾਰ ਵੱਲ ਤੱਕ, ਇਹ ਤੇਰੀ ਦਸਤਾਰ ਨਹੀਂ, ਇਹ ਦਸ਼ਮੇਸ਼ ਪਿਤਾ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਦਸਤਾਰ ਬਖਸ਼ੀ ਆ। ਹੁਣ ਵੇਖੋ, ਇਹੀ ਦਸਤਾਰ ਛੋਟੇ ਸਾਹਿਬਜ਼ਾਦਿਆਂ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਦੇ ਸੀਸ ਤੇ ਸੀ। ਮੈਂ ਇੱਕ ਖਿੰਨ ਆਪਣੇ ਵਿਸ਼ੇ ਤੋਂ ਪਾਸੇ ਹੋਣ ਲੱਗਾ। ਇਹੋ ਦਸਤਾਰ ਸੀ ਜਿਸ ਦਿਨ ਉਹਨਾਂ ਨੂੰ ਦੂਜੇ ਦਿਨ ਪੇਸ਼ੀ ਦੇ ਵਾਸਤੇ ਲਿਜਾਇਆ ਗਿਆ ਤੇ ਕੀ ਕੀਤਾ ਜ਼ਾਲਮਾਂ ਨੇ, ਜ਼ਾਲਮਾਂ ਵੱਡਾ ਦਰਵਾਜ਼ਾ ਕਰ ਦਿੱਤਾ ਬੰਦ, ਛੋਟੀ ਜੀ ਤਾਕੀ ਖੋਲ ਕੇ ਤੇ ਜਿਹੜੇ ਸਿਪਾਹੀ ਫੜ ਕੇ ਲੈ ਕੇ ਆਏ ਉਹਨਾਂ ਕੋਲ ਗਰਦਨਾਂ ਝੁਕਾ ਕੇ ਲੰਘ ਗਏ। ਤੇ ਸੁੱਚਾ ਨੰਦ ਅੱਜ ਕਹਿੰਦਾ ਵਜ਼ੀਦੇ ਨੂੰ, ਕਹਿੰਦਾ ਵੇਖਿਓ ਜਦੋਂ ਅੱਜ ਆਉਣਗੇ ਨਾ ਸਾਡੇ ਸਿਪਾਹੀ ਸੀਸ ਝੁਕਾ ਕੇ ਲੰਘਣਗੇ ਤੇ ਬੱਚਿਆਂ ਨੇ ਨਕਲ ਕਰਨੀ ਆ, ਪਰ ਮੂਰਖ ਇਹ ਨਹੀਂ ਜਾਣਦਾ ਬੱਚੇ ਕਿਹਦੇ ਨੇ, ਇਹ ਨਹੀਂ ਜਾਣਦਾ ਕਿ ਦਸ਼ਮੇਸ਼ ਪਿਤਾ ਦੇ ਫਰਜ਼ੰਦ ਆ। ਤੇ ਗੁਰੂ ਪਿਆਰ ਵਾਲਿਓ, ਇਹੋ ਹੀ ਦਸਤਾਰ ਉਹਨਾਂ ਦੇ ਸੀਸ ਤੇ ਵੱਜੀ ਸੀ ਤੇ ਕਿੰਨੀ ਤੀਖਣ ਬੁੱਧੀ ਦੇ ਮਾਲਕ ਸਨ ਸਾਡੇ ਬਾਬੇ। ਐਵੇਂ ਥੋੜਾ ਬਾਬੇ ਕਹਿੰਦੇ ਉਮਰਾਂ ਤੇ ਛੋਟੀਆਂ ਉਹਨਾਂ ਦੀਆਂ, ਇਸੇ ਕਰਕੇ ਹੀ ਉਹਨਾਂ ਨੂੰ ਬਾਬੇ ਕਹਿੰਦੇ ਆ। ਉਹਨਾਂ ਆਪਣੀ ਦਸਤਾਰ ਦੀ, ਸਾਡੀ ਦਸਤਾਰ ਦੀ ਲਾਜ ਰੱਖੀ। ਜਦੋਂ ਦਰਵਾਜ਼ੇ ਦੇ ਕੋਲ ਗਏ, ਸਿਪਾਹੀ ਸੀਸ ਝੁਕਾ ਕੇ ਲੰਘ ਗਏ ਨਾ ਅਗਾਂਹ, ਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਨੂੰ ਮੋਢਾ ਮਾਰ ਕੇ ਕਹਿੰਦਾ ਹੈ, ਵੀਰਿਆ ਇਸ ਪਹੇਲੀ ਨੂੰ ਤੂੰ ਹੱਲ ਕਰੇਗਾ ਕਿ ਮੈਂ ਹੱਲ ਕਰਾਂ?
ਤੇ ਸਾਡੇ ਛੋਟੇ ਬਾਬੇ ਨੇ ਸੀਨੇ ਤੇ ਹੱਥ ਮਾਰ ਕੇ ਆਖਿਆ ਸੀ ਮੈਂ ਕਰਾਂਗਾ। ਤੇ ਕੀ ਕੀਤਾ? ਜੇ ਸੋਚੀਏ ਗੱਲ ਤੇ ਛੋਟੀ ਦੀ ਆ, ਸਿਰ ਝੁਕਾ ਕੇ ਲੰਘਣਾ। ਸਾਡੇ ਸਿਰ ਤੇ ਦਸਤਾਰ ਬੱਝੀ ਹੁੰਦੀ ਆ, ਦਾੜਾ ਖੁੱਲਾ ਪ੍ਰਕਾਸ਼ ਛੱਡਿਆ ਹੁੰਦਾ ਹੈ, ਗਲ ਵਿੱਚ ਸ੍ਰੀ ਸਾਹਿਬ ਪਾਈ ਹੁੰਦੀ, ਤੇ ਉੱਥੇ ਜਾ ਕੇ ਮਜ਼ਾਰਾਂ ਦੇ ਉੱਤੇ ਅਸੀਂ ਪ੍ਰਸ਼ਾਦ ਛਕਦੇ ਆ ਤੇ ਸਾਨੂੰ ਉਹਨਾਂ ਸਿੱਖਾਂ ਦਾ ਖਿਆਲ ਭੁੱਲ ਜਾਂਦਾ ਹੈ, ਉਹਨਾਂ ਭੈਣਾਂ ਦਾ ਖਿਆਲ ਭੁੱਲ ਜਾਂਦਾ ਹੈ ਜਿਹੜੀਆਂ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਦੀਆਂ ਸੀ। ਮੀਰ ਮੰਨੂ ਦੀ ਜੇਲ੍ਹ ਵਿੱਚ ਚੱਕੀਆਂ ਪੀਂਦੀਆਂ, ਉੱਥੇ ਆਟੇ ਪੀਂਦੀਆਂ ਤੇ ਗੋਦੀ ਵਿੱਚੋਂ ਦੁੱਧ ਪੀਂਦੇ ਬੱਚਿਆਂ ਨੂੰ ਧੂ ਕੇ ਆਕਾਸ਼ ਵਿੱਚ ਸੁੱਟ ਕੇ ਤੇ ਥੱਲੇ ਨੇਜਾ ਕਰ ਦਿੱਤਾ ਜਾਂਦਾ ਸੀ। ਗੋਦੀ ਵਿੱਚੋਂ ਦੁੱਧ ਪੀਂਦੇ ਬੱਚਿਆਂ ਨੂੰ ਲਾ ਕੇ ਸੰਗਤ ਜੀ ਟੋਟੇ ਟੋਟੇ ਕਰਕੇ ਉਹਨਾਂ ਮਾਵਾਂ ਦੇ ਗਲਾਂ 'ਚ ਹਾਰ ਪਾ ਦਿੱਤੇ ਜਾਂਦੇ ਸਨ। ਤੇ ਮਾਵਾਂ ਦਸ਼ਮੇਸ਼ ਪਿਤਾ ਨੂੰ ਪਤਾ ਸ਼ਾਮ ਵੇਲੇ ਕੀ ਕਹਿੰਦੀਆਂ ਸਨ? ਦਸ਼ਮੇਸ਼ ਪਿਤਾ ਨੂੰ ਸ਼ਾਮ ਵੇਲੇ ਪਤਾ ਕੀ ਕਹਿੰਦੀਆਂ ਸਨ? ਦੋਵੇਂ ਹੱਥ ਜੋੜ ਕੇ ਕਹਿੰਦੀਆਂ ਸਨ, ਦਸ਼ਮੇਸ਼ ਪਿਤਾ ਤੇਰੀ ਕਿਰਪਾ ਦੇ ਨਾਲ ਦਿਨ ਚੜਿਆ ਸੀ, 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ, ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਵਾ। ਤੇਰੇ ਭਾਣੇ ਵਿੱਚ ਦਿਨ ਬੀਤਿਆ, 4 ਪਹਿਰ ਰਹਿਣ ਆਈ, ਤੇਰੇ ਭਾਣੇ ਵਿੱਚ ਆਨੰਦ ਨਾਲ ਬਤੀਤ ਹੋਏ। ਬੱਚੇ ਦੇ ਟੋਟੇ ਗਲ ਵਿੱਚ ਪਏ ਨੇ ਹਾਰ ਪੈ ਕੇ, ਤੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਅਸੀਂ ਘਰੋਂ ਵੀ ਲੇੜ ਕੇ ਪ੍ਰਸ਼ਾਦਿਆਂ ਨਾਲ ਜਾਂਦੇ ਆ ਤੇ ਫਿਰ ਜਾ ਕੇ ਉਹਨਾਂ ਕਤਾਰਾਂ ਵਿੱਚ ਖਲੋ ਜਾਂਦੇ ਆ। ਘੱਟੋ ਘੱਟ ਖਿਆਲ ਕਰੀਏ, ਇਹ ਦਸਤਾਰ ਸਾਡੀ ਦਸਤਾਰ ਨਹੀਂ, ਇਹ ਉਹਨਾਂ ਬਾਬਿਆਂ ਦੀ ਦਸਤਾਰ ਹੈ। ਛੋਟਾ ਸਾਹਿਬਜ਼ਾਦਾ ਬਾਬਾ ਕਹਿੰਦਾ ਛਾਤੀ ਤੇ ਹੱਥ ਮਾਰ ਕੇ ਕਹਿਣ ਲੱਗਾ, ਇਸ ਪਹੇਲੀ ਨੂੰ ਮੈਂ ਹੱਲ ਕਰਾਂਗਾ। ਕੀ ਕੀਤਾ ਜੀ ਫਿਰ ਉਹਨੇ? ਹੁਣ ਸਾਖੀ ਤੇ ਛੋਟੀ ਜੀ ਆ ਨਾ, ਪਰ ਸਿੱਖਿਆ ਵੇਖੋ ਇਹਦੇ ਵਿੱਚੋਂ। ਸਾਡਿਆਂ ਬਾਬਿਆਂ ਨੇ ਆਪਣੀ ਜੁੱਤੀ ਦੇ ਉਹ ਛੋਟੇ ਛੋਟੇ ਤੱਲੇ ਜਦੋਂ ਵਿਖਾਏ ਉਸ ਕਚਹਿਰੀ ਦੇ ਵਿੱਚ, ਤੇ ਸੁੱਚਾਨੰਦ ਕਹਿ ਰਿਹਾ ਸੀ, ਜਦੋਂ ਗੋਬਿੰਦ ਦੇ ਫਰਜ਼ੰਦ, ਗੋਬਿੰਦ ਦੇ ਛੋਟੇ ਛੋਟੇ ਬੱਚੇ ਸਿਰ ਝੁਕਾ ਕੇ ਕਚਹਿਰੀ ਵਿੱਚ ਆਉਣਗੇ, ਅਸੀਂ ਤਾੜੀਆਂ ਮਾਰ ਕੇ ਕਹਾਂਗੇ ਗੋਬਿੰਦ ਦੇ ਲਾਲ ਝੁਕ ਗਏ ਆ। ਪਰ ਜਦੋਂ ਦਸ਼ਮੇਸ਼ ਦੀਆਂ ਲਾਡਲਿਆਂ ਨੇ ਗੱਜ ਕੇ ਕਚਹਿਰੀ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਜੁੱਤੀ ਦਾ ਤੱਲਾ ਦਿਖਾਇਆ, ਜਿਨ੍ਹਾਂ ਨੂੰ ਸਿਰ ਦੀ ਆਸ ਵੀ ਸਿਰ ਆ ਕੇ ਝੁਕਾਉਣਗੇ, ਅਸੀਂ ਤਾੜੀਆਂ ਮਾਰ ਮਾਰ ਹੱਸਾਂਗੇ। ਜਦੋਂ ਉਹਨਾਂ ਨੇ ਜੁੱਤੀ ਦਾ ਤੱਲਾ ਤੱਕਿਆ, ਉਹ ਬਾਬਿਆਂ ਦੇ ਪਾਵਨ ਚਰਨਾਂ ਵਿੱਚ ਪਿਆ ਹੋਇਆ ਜੋੜਾ ਤੱਕਿਆ, ਸ਼ਰਮਸ਼ਾਰ ਤੇ ਪਾਣੋ ਪਾਣੀ ਹੋ ਗਏ। ਗੁਰੂ ਪਿਆਰਿਓ, ਗੱਲ ਤੇ ਛੋਟੀ ਜੀ ਸੀ ਨਾ, ਗੱਲ ਤੇ ਦਸਤਾਰ ਦੀ ਹੈ, ਪਰ ਉਹਨਾਂ ਨੂੰ ਆਉਣ ਵਾਲਾ ਭਵਿੱਖ ਦਿਸਦਾ ਸੀ। ਬੇਨਤੀ ਕਰ ਰਿਹਾ ਸਾਂ, ਭਾਈ ਚੌਪਾ ਸਿੰਘ ਜੀ ਕਹਿੰਦੇ ਆ, ਕਹਿੰਦੇ ਜਹਾਂ ਤਹਾਂ ਕਾ ਜੋ ਸ਼ਕੈ ਪ੍ਰਸਾਦ, ਸੋ ਮੇਰਾ ਸਿੱਖ ਨਹੀਂ ਅੰਤ ਔਰ ਆਦ। ਕਹਿੰਦੇ ਉਹ ਮੇਰਾ ਕਦੀ ਸਿੱਖ ਹੀ ਨਹੀਂ ਜਿਹੜਾ ਆਸੇ ਪਾਸੇ ਜਾ ਕੇ ਸਕਦਾ ਹੈ, ਉਹ ਸਿੱਖ ਨਹੀਂ। ਜਿਹੜਾ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦਾ ਉਹਨੂੰ ਪ੍ਰਵਾਨ ਹੈ, ਉਹ ਪੀਰਾਂ ਦੀ ਜਗ੍ਹਾ ਤੇ ਜਾਏ, ਉਹ ਮਾਤਾ ਦੇ ਮੰਦਿਰ ਵਿੱਚੋਂ ਜਾ ਕੇ ਛਕੇ ਜਿਹੜਾ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਹੈ। ਤੇ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਗੁਰੂ ਪਿਆਰ ਵਾਲਿਓ, ਕਿ ਵੇਖੋ ਜਿਹੜੇ ਤੇ ਗੁਰੂ ਨਾਨਕ ਦੇ ਘਰ ਦੇ ਹੋ ਗਏ, ਸ਼ਰਨ ਵਿੱਚ ਪੈ ਗਏ, ਉਹਨਾਂ ਦੀ ਤੇ ਗੁਰੂ ਨਾਨਕ ਸਾਹਿਬ ਬਾਂਹ ਫੜ ਲੈਣਗੇ। ਤੇ ਜਿਨ੍ਹਾਂ ਨੇ ਤਨ ਤੇ ਜਨੇਊ ਪਾ ਲਿਆ, ਆਪਣੇ ਹਿੰਦੂ ਬਣ ਗਏ ਜਾਂ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਆ, ਉਹਨਾਂ ਦੀ ਬਾਂਹ ਫੜ ਲੈਣਗੇ। ਰਾਮ ਜੀ ਜਾਂ 33 ਕਰੋੜ ਦੇਵਤਿਆਂ ਦੇ ਵਿੱਚੋਂ ਕੋਈ ਬਾਂਹ ਫੜ ਲਏਗਾ ਉਹਨਾਂ ਦੀ, ਜਿਹਦਾ ਉਹ ਆਰਾਧਨ ਕਰਦੇ ਆ। ਤੇ ਜੇ ਕੋਈ ਮੁਸਲਮਾਨ ਵੀਰ ਹੈ ਜਿਹਨੇ ਸੁਨਨਤ ਕਰਵਾਈ ਆ ਤੇ 5 ਵਕਤ ਦੀ ਨਮਾਜ਼ ਪੜ੍ਹਦਾ ਹੈ, ਉਹਦੀ ਬਾਂਹ ਫੜ ਲੈਣਗੇ ਹਜ਼ਰਤ ਮੂਸਾ ਸਾਹਿਬ। ਤੇ ਜੇ ਕੋਈ ਈਸਾਈ ਆ ਜਿਹਨੇ ਬਪਤਿਸਮਾ ਲਿਆ ਵਾ ਤੇ ਉਹ ਹਰ ਸੰਡੇ ਦੀ ਸੰਡੇ ਚਰਚ ਵਿੱਚ ਜਾ ਕੇ ਪ੍ਰੇਅਰ ਕਰਦਾ ਹੈ, ਉਹਦੀ ਬਾਂਹ ਫੜ ਲੈਣਗੇ ਈਸਾ ਜੀ। ਤੇ ਜਿਹੜਾ ਸਵੇਰੇ ਗੁਰਦੁਆਰੇ ਚਲਿਆ ਗਿਆ, ਦੁਪਹਿਰ ਵੇਲੇ ਪੀਰਾਂ ਦੀ ਜਗ੍ਹਾ ਤੇ ਤੇਲ ਪਾਉਣ ਚਲ ਗਿਆ, ਸ਼ਾਮ ਨੂੰ ਕਿਸੇ ਜਗਰਾਤੇ ਵਿੱਚ ਸ਼ਾਮਲ ਹੋ ਗਿਆ, ਜਿਹਨੇ ਆਪਣਾ ਘਰ ਸਰਬ ਧਰਮ ਸੰਮੇਲਨ ਬਣਾਇਆ ਹੋਇਆ, ਵੀ ਸਾਰੇ ਬਾਬਿਆਂ ਦੀਆਂ ਫੋਟੋਆਂ ਕੰਧਾਂ ਦੇ ਨਾਲ ਲਾਈਆਂ ਨੇ, ਉਹਦੀ ਬਾਂਹ ਕੌਣ ਫੜੇਗਾ? ਉਹਦੀ ਬਾਂਹ ਕੌਣ ਫੜੇਗਾ? ਸਤਿਗੁਰੂ ਸਾਹਿਬ ਕਹਿੰਦੇ ਹਿੰਦੂ ਬਣਨਾ, ਪੱਕੇ ਹਿੰਦੂ ਹੋ ਜਾਓ। ਹਿੰਦੂ ਨੂੰ ਮਾੜਾ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਸਤਿਗੁਰੂ ਜੀ ਨੇ ਕਿਹਾ ਹਿੰਦੂ ਕਹਿ ਕਰ ਹਿੰਦੂ ਆਵੈ। ਸਤਿਗੁਰੂ ਜੀ ਕਹਿੰਦੇ ਹਿੰਦੂ ਦੇ ਘਰੇ ਹਿੰਦੂ ਆਉਂਦਾ ਤੇ ਉਹ ਜੇ ਬ੍ਰਾਹਮਣ ਕੁੱਲ ਵਿੱਚ ਪੈਦਾ ਹੋਇਆ ਤੇ ਬ੍ਰਾਹਮਣ ਵਾਲਾ ਜਨੇਊ ਪਾ ਕੇ ਜਾਂਦਾ ਹੈ, ਜੇ ਖੱਤਰੀਏ ਦੇ ਘਰ ਪੈਦਾ ਹੋਇਆ ਖੱਤਰੀ ਵਾਲਾ ਪਾ ਕੇ ਜਾਂਦਾ ਹੈ, ਜੇ ਵੈਸ਼ ਵਾਲੇ ਦੇ ਘਰ ਪੈਦਾ ਹੋਇਆ ਉਹਦੇ ਵੈਸ਼ਾਂ ਵਾਲਾ ਪਾਇਆ ਜਾਂਦਾ ਹੈ, ਜੇ ਕੋਈ ਸ਼ੂਦਰ ਆ ਉਹਦੇ ਸ਼ੂਦਰਾਂ ਵਾਲਾ ਪਾਇਆ ਜਾਂਦਾ। ਤੇ ਗੁਰੂ ਪਿਆਰੀ ਸੰਗਤ ਜੀ, ਇੱਕ ਲਿਓਈਏ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਸਾਹਿਬ ਕਿਰਪਾ ਕਰਦੇ ਆ, ਤਾਤੀ ਵਾਹ ਨਾ ਲੱਗਈ। ਉਹਨਾਂ ਨੂੰ ਕਦੇ ਤੱਤੀ ਵਾਹ ਨਹੀਂ ਲੱਗਦੀ ਜਿਨ੍ਹਾਂ ਨੇ ਭਗਤ ਪ੍ਰਹਿਲਾਦ ਵਾਂਗ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਤੱਕਿਆ, ਜਿਹਨੂੰ ਵਰ ਪ੍ਰਾਪਤ ਹੋਇਆ ਸੀ।
कि ये वाली चुन्नी, ये वाला दुपट्टा, ये वाला शालू जिन्नी देर तेरे पिंडे उत्ते है तेनू अग साड़ नहीं सकती। वो होलिका सड़ के सुआह हो गई, लोगों ने ओदी सुआह आकाश विच उड़ाई। इहदे तो होली का त्योहार बन गया। दशमेश पिता ने सोचा जेड़े लोग इन्ने गलतान भरी जिंदगी नूं जिउं रहे आ, कल नूं जदों इन्हां दे उत्ते कोई हमला करन वास्ते आया ते इह किवें अपने आप नूं संभालणगे। दशमेश पिता जी ने होली नहीं, औरन की होली मम होला, कहते लोगों की होली आ, तुहानूं मैं होला महला दे के चलिया। होले का भाव है हमला, ते महल्ले का भाव है वो वाली थां जिथे हमला किया जाता है। दशमेश पिता ने आप जी जदों जाओ श्री आनंदपुर साहब की धरती के उत्ते, मैनूं फिर माफी दे दो, मैं एक खिण फिर रुकन लगा इत्थे। अज असीं मोटरसाइकिलों ते वड्डे वड्डे झंडे ते लाउने आ, केसरी निशान ते निशान साहब ला के ते मोटरसाइकिल गड्डियां ते आनंदपुर साहब नूं जाने आ। ओ भागा वालिओ, तुसीं किसी रस्ते विच रुक जाओ, रस्ते विच खलो के जेड़े नौजवान बच्चे जयकारे लाउंदे हो रहे जा रहे ने ना श्री आनंदपुर साहब की धरती नूं, 100 नूं खिलार के पुछ लिओ, ओहदे विचों 5 नितरनगे जेड़े दस देणगे होले महल्ले की डेफिनेशन की आ। ओहदे विचों 5 नितरनगे, वो भी बड़े भागा वाले होणगे जिन्हां नूं पता होवेगा कि होला महल्ला है की कदों बनाया, किवें बनाया ते हुंदा की सी। अज ते ओही सारा कुछ हो रहा सी, झूठे रंग एक दूजे दे उत्ते पा के उतों छाके शरदाइयां, राह दे विच वन्न सुवन्ने लंगर लगे ने, वो छाके लंगर ते घरां नूं वापस आ जाने, लैके की आ रहे हैं असीं आनंदपुर साहिब तो। अज उत्थे दशमेश पिता ने जिथे होर वख-वख किले बनाए, उत्थे एक होलगढ़ दा किला बनाया। उस किले दे विच सतगुरु जी ने 2 टुकड़ियां बना देनियां गुरु सिखां दियां। कुड़ सिंघां नूं अंदर डक देना किले दे विच, कुड़ सिंघां नूं कहना तुसीं बाहरों हमला करना है, अंदर वालियां नूं कहना कि तुसीं किले नूं मल के रखना है, किले नूं छड्डना कोई नहीं। बाहर वालियां नूं कहना तुसीं किले उत्ते जिੱਤ प्राप्त करनी आ। दोवां टुकड़ियां दे विचों शस्त्रां दा अभ्यास करदियां करदियां एक दूजे दे नाल लड़दियां लड़दियां जिहड़ी टुकड़ी ने जिੱਤ जाना, मेरे पातशाह ने उन्हां नूं सन्मानित करना, उन्हां नूं गलवकड़ी नाल लाउणा ते दूजियां नूं उत्साहित करना कि तुसीं होर मेहनत करो, होर शस्त्रां दा अभ्यास करो। इस प्रकार ये बनिया होला ते महल्ला। सतगुरु ने सानूं शस्त्र बख्शिश कीते। बेनती कीती अज साडे कोल मोबाइल महंगे महंगे, गड्डियां महंगियां, मोटरसाइकिल महंगे महंगे, पर शस्त्र 6-6 6.5 फुट नौजवान वीर होंदे ते एडी कि श्री साहब उन्होंने पाई होंदी भी किसी को पता ना लग जाए इन्हें अमृत छकिया, कोई गुनाह किया तू। 6 फुट का जवान गभरू ते इहो जिहियां जवानियां दी ते लोड़ है गुरु पातशाह जी नूं, ते श्री साहब आउणगे बिल्कुल छोटी जी ते नाल ही कंघा लाया हुंदा, बहुतियां नाल ही उहदे कंघा बन्निया हुंदा है। ते भैणां खास करके बहुतियां इदां दियां वेखी दियां जिन्हां श्री साहब ते उहदे नाल कंघा लपेटिया हुंदा है। ते भैणों उन्हां भैणां वल वेखो जिहड़ियां हार शिंगार करदियां। थोड़ी जी बेनती ध्यान नाल सरवण करियो, मैं ते हार शिंगार नूं प्रमोट नहीं कर रहा। हुण जिहड़ी कोई भैण है जिन्हें अमृत नहीं छकिया, उन्हें अपना कंन बनाया है ते वाली कंन च ही पाउंदी है ना अपने, उहदा शिंगार है। जे किसी ने नक बनाया तो कोका नक विच ही पाउंदी है ना, ओहदी ओही थां है ना नक दे विच। ते दशमेश पिता ने कंघा ते दिता सी केसां दे विच रखण वास्ते। दशमेश पिता ने कंघा ते दिता सी, इहदी असली थां साडे केसां दे विच आ। इस करके ये जिहड़ा शिंगार तुहानूं गुरु गोबिंद सिंह महाराज जी ने बख्शिश कीता, इहनूं सोहना कंघा होवे। कई विचारियां दे ते अद्धे अद्धे दंदे टुटे होंदे ते उदां ही रख छड्डदे आ। उन्हां नूं किते इन्नी नहीं हिम्मत हुंदी भी नवां कंघा ही लैके रख लईए केसां दे विच, शौक नहीं ना। बद्धा चट्टी जो भरे ना गुण ना उपकार, बद्धा चट्टी नहीं। आओ एक पंक्तियां पढ़ांगे, उहदे विच होर सिੱਖਿਆ मिलेगी। विसर नाहीं दातार, विसर नाहीं दातार, विसर विसर नाहीं दातार, विसर नाहीं दातार, विसर नाहीं दातार,
ਨਾਨਕ ਚਾਹੇ ਹੋ, ਨਾਨਕ ਚਾਹੇ ਹੋ, ਨਾਨਕ ਚਾਹੇ ਹੋ, ਨਾਨਕ ਚਾਹੇ ਹੋ। ਗੁਣ ਗਾਵਾਂ ਦਿਨ ਰਾਤ ਨਾਨਕ, ਭੈਣੋ ਪੜੋ ਕੀ ਹੈ ਜੀ, ਨਾਨਕ ਚਾਹੇ ਹੋ। ਚਾਹ ਦੇ ਨਾਲ ਸ਼ਸਤਰ ਰੱਖਣੇ ਆ। ਗੁਰੂ ਨੇ ਕਕਾਰ ਦਿੱਤੇ ਆ, ਇਹਨਾਂ ਨੂੰ ਆਪਣੇ ਆਪ ਤੇ ਬੋਝ ਨਹੀਂ ਸਮਝਣਾ ਵੀ ਇਹ ਬੋਝ ਆ। ਤੁਸੀਂ ਪ੍ਰਸ਼ਾਦਾ ਤਿਆਰ ਕਰੋ, ਤੇ ਜਿਹੜਾ ਪ੍ਰਸ਼ਾਦਾ ਕੋਈ ਭੈਣ ਘਰ ਦੇ ਵਿੱਚ ਚਾਹ ਦੇ ਨਾਲ ਤਿਆਰ ਨਹੀਂ ਕਰਦੀ, ਉਹ ਪ੍ਰਸ਼ਾਦਾ ਸਵਾਦ ਕੋਈ ਨਹੀਂ ਜੇ ਬਣਦਾ। ਤੁਸੀਂ ਕੋਈ ਵੀ ਕੰਮ ਚਾਹ ਤੋਂ ਬਗੈਰ ਕਰੋ, ਤੁਹਾਡੀ ਇਕਾਗਰਤਾ ਨਹੀਂ। ਗੱਡੀ ਚਲਾ ਰਹੇ ਹੋ, ਤੁਸੀਂ ਗੱਡੀ ਚਲਾਉਂਦੇ ਆ, ਤੁਹਾਡਾ ਧਿਆਨ ਇੱਧਰ ਦਾ ਇੱਧਰ ਹੋਇਆ ਨਹੀਂ ਤੇ ਗੱਡੀ ਵੱਜੀ ਨਹੀਂ। ਬਾਣੀ ਪੜ੍ਹਦੇ ਆ, ਚਾਹ ਦੇ ਨਾਲ ਬਾਣੀ ਪੜ੍ਹੀਏ। ਸਿਮਰਨ ਕਰਦੇ ਆ, ਥੋੜਾ ਕਰ ਲਈਏ, ਚਾਹ ਦੇ ਨਾਲ ਬੱਧਾ ਚੱਟੀ ਨਾ ਭਰੀਏ। ਬੱਧਾ ਚੱਟੀ ਨਹੀਂ, ਹੱਥ ਵਿੱਚ ਗੁਟਕਾ ਸਾਹਿਬ ਫੜਿਆ ਹੁੰਦਾ ਸੱਸ ਨੇ, ਤੇ ਬਾਹਰ ਕੋਈ ਨੌਂ ਦੇ ਕੋਲ ਆ ਕੇ ਬਹਿ ਜਾਏ ਤੇ ਉਹੀ ਫਿਕਰ ਪੈ ਜਾਂਦਾ, ਪਤਾ ਨਹੀਂ ਉਹਦੇ ਨਾਲ ਕੀ ਗੱਲਾਂ ਕਰਦੀ ਹੋਣੀ ਆ ਬਾਹਰ ਬੈਠੀ। ਤੇ ਤੂੰ ਗੁਟਕਾ ਸਾਹਿਬ ਛੱਡ ਲੈ, ਬਾਅਦ ਚ ਬਾਣੀ ਪੜ੍ਹ ਲਈ, ਪਹਿਲਾਂ ਸੋਹਣੀ ਆ ਜਾ ਕੇ। ਇਹ ਵਿਖਾਵੇ ਵਾਸਤੇ ਪੜ੍ਹੀ ਆ ਮਾਲਾ ਹੱਥ ਦੇ ਵਿੱਚ। ਇੱਕ ਟਾਈਮ ਇੱਕ ਕੰਮ, ਇੱਕ ਸੁਰਤੀ ਸਤਿਗੁਰੂ ਸਾਹਿਬ ਕਿਰਪਾ ਕਰਦੇ ਨੇ, ਇੱਕ ਟਾਈਮ ਦੇ ਉੱਤੇ ਸੁਰਤੀ ਆਪਣੀ ਇੱਕ ਥਾਂ ਤੇ ਟਿਕਾ ਕੇ ਰੱਖੋ। ਇਹ ਨਹੀਂ ਹੱਥ ਵਿੱਚ ਗੁਟਕਾ ਸਾਹਿਬ ਫੜਿਆ ਹੋਵੇ, ਦੁਕਾਨ ਤੇ ਬੈਠਿਆ ਤੇ ਧਿਆਨ ਇਸੇ ਕੰਮ 'ਚ ਹੋਏ ਵੀ ਗਾਹਕ ਸਾਰੇ ਗਵਾਂਢੀਆਂ ਦੀ ਦੁਕਾਨ ਵਾਲੇ ਤੁਰੇ ਜਾਂਦੇ, ਇੱਧਰ ਤੇ ਆ ਹੀ ਨਹੀਂ ਰਿਹਾ ਕੋਈ। ਜੋ ਤੇਰੇ ਕਰਮਾਂ ਵਿੱਚ ਕੋਈ ਨਹੀਂ ਖੋ ਸਕਦਾ, ਉਹ ਤੇਰੇ ਕੋਲ ਹੀ ਆਏਗਾ। ਤੇ ਜੋ ਤੇਰੇ ਕਰਮਾਂ ਵਿੱਚ ਨਹੀਂ, ਉਹ ਚਾਹ ਕੇ ਵੀ ਤੇਰੇ ਕੋਲ ਨਹੀਂ ਆਏਗਾ। ਭਾਵੇਂ ਗੁਟਕਾ ਸਾਹਿਬ ਛੱਡ ਕੇ ਗਾਹਕ ਨੂੰ ਅੱਗੋਂ ਲੈਣ ਚਲਿਆ ਜਾ, ਤਾਂ ਵੀ ਨਹੀਂ ਤੇਰੇ ਕੋਲੋਂ ਨਹੀਂ ਆਉਣਾ। ਸਤਿਗੁਰੂ ਸਾਹਿਬ ਕਿਰਪਾ ਕਰਦੇ ਆ, ਜਦੋਂ ਵੀ ਨਾਮ ਜਪਣਾ ਹੈ, ਜਦੋਂ ਵੀ ਬਾਣੀ ਪੜ੍ਹਨੀ ਆ, ਜਦੋਂ ਵੀ ਸੇਵਾ ਕਰਨੀ ਆ, ਤੇ ਸੇਵਾ ਕਰਦਿਆਂ ਹੋਇਆਂ ਖਿਆਲ ਇਸ ਕੰਮ 'ਚ ਨਾ ਹੋਵੇ ਵੀ ਲੰਗਰ ਵਿੱਚ ਜੋ ਬਣਿਆ ਕਿਤੇ ਮੁੱਕ ਨਾ ਜਾਏ, ਪਹਿਲਾਂ ਮੈਂ ਛਕ ਹੀ ਆਵਾਂ ਜਾ ਕੇ। ਉਹਦੇ ਨਾਲੋਂ ਬੈਟਰਿਆ ਪਹਿਲਾਂ ਛਕ ਲਿਆ ਜਾਵੇ। ਤਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਸੀ, ਪਹਿਲੇ ਪੰਗਤ ਪਾਛੈ ਸੰਗਤ। ਪੇਟ ਪੂਜਾ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਤੇ ਛਕਣਾ ਵੀ ਉਹਨਾਂ ਜਿੰਨੀ ਲੋੜ ਆ। ਗੱਲ ਕਰ ਰਿਹਾ ਸਾਂ ਹੋਲੇ ਮਹੱਲੇ ਦੀ। ਬਹੁਤ ਸੰਗਤਾਂ ਜਾ ਰਹੀਆਂ ਨੇ ਅੱਜ, ਤੁਹਾਡੇ ਚੋਂ ਵੀ ਭਾਗਾਂ ਵਾਲੇ ਜਾਣਗੇ, ਜਾਣਾ ਵੀ ਚਾਹੀਦਾ ਹੈ। ਪਰ ਉੱਥੇ ਜਾ ਕੇ ਗੁਰੂ ਅੱਗੇ ਅਰਦਾਸ ਕਰਕੇ ਮੰਗ ਕੇ ਕੀ ਲੈ ਕੇ ਆਉਣਾ, ਇਹ ਸਵਾਲ ਆ ਵੀ ਗੁਰੂ ਕੋਲੋਂ ਜਾ ਕੇ ਮੰਗਣਾ ਕੀ। ਪ੍ਰਸ਼ਾਦੇ ਤੇ ਬਹੁਤ ਘਰੋਂ ਵੀ ਛਕ ਕੇ ਜਾਵਾਂਗੇ, ਨਾਲ ਵੀ ਲੈ ਕੇ ਜਾਵਾਂਗੇ, ਰਾਤ ਵੀ ਘੇਰ ਘੇਰ ਕੇ ਖਵਾਉਣਗੇ ਤੁਹਾਨੂੰ। ਗੱਡੀ ਦੇ ਅੱਗੇ ਲੰਮੇ ਪੈਣ ਤੱਕ ਜਾਣਗੇ, ਮੋਟਰਸਾਈਕਲਾਂ ਦੀ ਚਾਬੀ ਵੀਰ ਕੱਢ ਲੈਂਦੇ ਵੀ ਨਹੀਂ ਛਕ ਕੇ ਜਾਓ। ਬਥੇਰੇ ਤਰਲੇ ਮਾਰਦੇ, ਭਾਜੀ 10 ਕਿਲੋਮੀਟਰ ਵਿੱਚ 10 ਲੰਗਰ ਲਾਏ, ਕਿਵੇਂ ਛਕ ਲਈਏ ਹਰ ਲੰਗਰ ਚੋਂ। ਸਾਡੀ ਕੌਮ ਦੀ ਹਾਲਾਤ ਇਹ ਬਣ ਗਈ ਹੈ। ਤੇ ਜੇ ਤੁਹਾਨੂੰ ਇੱਥੋਂ ਚੱਲਿਆ ਆਨੰਦਪੁਰ ਸਾਹਿਬ ਜਾਂਦਿਆਂ ਤੇ ਆਉਂਦਿਆਂ ਤੱਕ ਰਾਹ ਵਿੱਚ ਕੋਈ 10 ਰੁਪਈਆਂ ਦੀ ਕਾਪੀ ਕਿਤੇ ਇਤਿਹਾਸ ਦੀ, ਜਿਹਦੇ ਵਿੱਚ ਲਿਖਿਆ ਹੋਵੇ ਵੀ ਹੋਲਾ ਮਹੱਲਾ ਕਦੋਂ ਸ਼ੁਰੂ ਹੋਇਆ, ਕਿਵੇਂ ਸ਼ੁਰੂ ਹੋਇਆ, ਕਿਹੜੇ ਸੰਦਰਭ ਵਿੱਚ ਗੁਰੂ ਪਾਤਸ਼ਾਹ ਨੇ ਸ਼ੁਰੂ ਕੀਤਾ, ਤੇ ਮੈਨੂੰ ਆ ਕੇ ਫੜ ਲਿਓ ਭਾਈ ਸਾਹਿਬ ਜੀ, ਸਾਨੂੰ ਤੇ ਫੜਾਤੀਆਂ ਕਾਪੀਆਂ ਰਸਤੇ 'ਚ ਜਾਂਦੇ ਆ। ਕਿਤੇ ਤੁਹਾਨੂੰ ਰਸਤੇ ਵਿੱਚ ਗੁਟਕਾ ਸਾਹਿਬ ਕੋਈ ਫ੍ਰੀ ਦੇ ਦੇਵੇ, ਕਿਤੇ ਤੁਹਾਨੂੰ ਕੋਈ ਧਰਮ ਦੀ ਪੋਥੀ, ਕੋਈ ਇਤਿਹਾਸ ਦੀ ਕਿਤਾਬ ਫ੍ਰੀ ਦੇ ਦੇਵੇ। ਬਸ ਲੰਗਰ ਦੇ ਉੱਤੇ ਜੋਰ। ਲੰਗਰ ਮਾੜਾ ਨਹੀਂ, ਪਰ ਲੰਗਰ ਸਤਿਗੁਰੂ ਜੀ ਨੇ ਕੀ ਆਖਿਆ ਸੀ, ਜਿੱਥੇ ਲੋੜ ਆ ਸਤਿਗੁਰੂ ਸਾਹਿਬ ਦੀ ਪਾਵਨ ਬਾਣੀ ਪੜ੍ਹੋ। ਰਾਮਕਲੀ ਰਾਗ ਵਿੱਚ ਸਤਿਗੁਰੂ ਸਾਹਿਬ ਕਿਰਪਾ ਕਰਦੇ ਨੇ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਦਾਨ ਵੀ ਕਰਨਾ ਤੇ ਅਕਲ ਦਾ ਇਸਤੇਮਾਲ ਕਰ ਲਈਏ ਥੋੜਾ ਬਹੁਤਾ। ਵੀ ਲੰਗਰ ਤੇ ਪਿੱਛੇ ਵੀ 1 ਕਿਲੋਮੀਟਰ ਤੇ ਲੱਗਿਆ ਹੋਇਆ, ਘੱਟੋ ਘੱਟ ਅਸੀਂ ਦਸਤਾਰਾਂ ਦਾ ਹੀ ਪ੍ਰਬੰਧ ਕਰ ਲਈਏ ਇੱਥੇ। ਜਿਹੜੇ ਵੀਰ ਚਿੱਟੇ ਰੁਮਾਲ ਬੰਨ੍ਹ ਕੇ ਦਸ਼ਮੇਸ਼ ਪਿਤਾ ਨੂੰ ਮਿਲਣ ਵਾਸਤੇ ਜਾ ਰਹੇ ਆ, ਸਾਹਿਬਜ਼ਾਦਿਆਂ ਦੀ ਧਰਤੀ ਤੇ ਜਾ ਰਹੇ ਆ, ਉਹ ਸਿਰਾਂ ਤੇ ਕੇਸਰੀ ਦਸਤਾਰਾਂ ਸਜਾ ਕੇ ਚਲੇ ਜਾਣ। ਅਸੀਂ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਹੀ ਬੰਨ੍ਹ ਦਈਏ। ਅਸੀਂ ਘੱਟੋ ਘੱਟ ਛੋਟੀਆਂ ਛੋਟੀਆਂ ਕਾਪੀਆਂ ਛਪਵਾ ਕੇ ਆਪਣੇ ਇਤਿਹਾਸ ਦੀਆਂ, ਮਾਫੀ ਦੇ ਦਿਓ ਮੈਂ ਉਦਾਹਰਨ ਦੇਣ ਲੱਗਾ, ਈਸਾਈ ਧਰਮ ਇਸ ਕੰਮ ਦੇ ਵਿੱਚ ਸਾਡੇ ਤੋਂ ਬਹੁਤ ਅੱਗੇ ਨੇ। ਈਸਾਈ ਧਰਮ ਸਾਡੇ ਵਿੱਚ ਇਸ ਕੰਮ ਦੇ ਵਿੱਚ, ਤੇ ਗੁਣ ਜਿਹੜਾ ਹੋਵੇ ਨਾ ਦੁਸ਼ਮਣ ਦਾ ਵੀ ਹੋਵੇ, ਉਹ ਸਾਡੇ ਦੁਸ਼ਮਣ ਨਹੀਂ ਆ। ਗੁਣ ਕਿਸੇ ਦੁਸ਼ਮਣ ਦੇ ਕੋਲੋਂ ਵੀ ਮਿਲਦਾ ਹੋਵੇ ਤੇ ਲੈ ਲੈਣਾ ਚਾਹੀਦਾ, ਔਗਣ ਕਿਸੇ ਆਪਣੇ ਦਾ ਹੋਵੇ ਤੇ ਉਹ ਵੀ ਛੱਡ ਦੇਣਾ ਚਾਹੀਦਾ ਆ। ਸਾਨੂੰ ਉਹਨਾਂ ਦੇ ਕੋਲੋਂ ਕੁਝ ਸਿੱਖਣਾ ਚਾਹੀਦਾ ਸੀ। ਅੱਜ ਥਾਂ ਥਾਂ ਤੇ ਡੇਰੇ ਖੁੱਲ ਗਏ,
ਥਾਂ ਥਾਂ ਤੇ ਵੰਨ ਸੁਵੰਨੇ ਪਖੰਡੀ ਬਾਬੇ ਬਹਿ ਗਏ। ਕਿਉਂ ਬਹਿ ਗਏ? ਇਸੇ ਕਰਕੇ ਬਹਿ ਗਏ, ਅਸੀਂ ਉਹਨਾਂ ਲੋਕਾਂ ਨੂੰ ਸੀਨੇ ਨਾਲ ਨਹੀਂ ਲਾਇਆ। ਅਸੀਂ ਆਪਣੇ ਧਰਮ ਦਾ ਪ੍ਰਚਾਰ ਤੇ ਸਤਿਗੁਰੂ ਜੀ ਨੇ ਤੇ ਕਿਹਾ ਸੀ ਸਾਰੇ ਦੁਨੀਆ ਦੇ ਵਿੱਚ ਫੈਲਾਉਣਾ ਹੈ, ਤੇ ਅਸੀਂ ਤੇ ਇਕੱਲੇ ਪੰਜਾਬ ਨੂੰ ਨਹੀਂ ਸੰਭਾਲ ਸਕੇ। ਪੰਜਾਬ ਨੂੰ ਕੀ, ਅਸੀਂ ਤੇ ਅੰਮ੍ਰਿਤਸਰ ਨੂੰ ਨਹੀਂ ਸੰਭਾਲ ਸਕੇ। ਕਿੱਡੇ ਵੱਡੇ ਪੁੰਨ ਸਨ ਸਾਡੇ ਕਿ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਸਾਈ ਹੋਈ ਇਸ ਪਾਵਨ ਨਗਰੀ ਦੇ ਵਿੱਚ ਜਨਮ ਮਿਲਿਆ। ਤੇ ਵੇਖੋ ਉਹਨਾਂ ਵੀਰਾਂ ਵੱਲ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਤੇ ਤਰਲੇ ਲੈਂਦੇ ਆ ਵੀ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਹੋ ਜਾਣ। ਤੇ ਚਾਹੀਦਾ ਤੇ ਸਾਨੂੰ ਇਹ ਸੀ ਨਾ ਵੀ ਅਸੀਂ ਅੰਮ੍ਰਿਤਸਰ ਨੂੰ ਇਦਾਂ ਦਾ ਬਣਾ ਦਿੰਦੇ ਜਿਹਨੂੰ ਮੇਰੇ ਪਾਤਸ਼ਾਹ ਜੀ ਨੇ ਕਿਹਾ ਸੀ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਤੇ ਕਿੰਨੀਆਂ ਕੁ ਸਿਫਤਾਂ ਕਰਦੇ ਜਿਹੜੇ ਬਾਹਰੋਂ ਆਉਂਦੇ ਆ ਕੇ ਤੱਕਦੇ ਹੀ ਨਹੀਂ ਨਾ ਸਾਡੇ ਸ਼ਹਿਰ ਦਾ ਕੀ ਹਾਲ ਬਣਿਆ। ਥਾਂ ਥਾਂ ਤੇ ਗੰਦਗੀ ਦੇ ਕੂੜੇ ਦੇ ਢੇਰ ਲੱਗੇ ਨੇ, ਖਿੱਚਾ ਧੂਪ ਪਈ ਹੈ। ਕੋਈ ਬਾਹਰੋਂ ਆਉਂਦਾ ਤੇ ਕਹਿੰਦਾ ਜੀ ਸਾਡੀ ਤੇ ਇੱਕ ਪਛਾਣ ਬਣ ਗਈ ਆ। ਬੇਸ਼ੱਕ ਕੋਈ ਸ਼ਬਦ ਸਤਿਗੁਰੂ ਜੀ ਨੇ ਕੇਵਲ ਮਸੰਦਾਂ ਦੇ ਵਾਸਤੇ ਵਰਤਿਆ ਸੀ, ਪਰ ਅੱਜ ਬਹੁਤਿਆਂ ਦੀ ਹਾਲਾਤ ਇਹ ਬਣ ਗਈ ਆ ਅੰਬਰਸਰੀਏ। ਕੀ ਕਹਿੰਦੇ ਲੋਕੀ ਸਾਨੂੰ? ਅੰਦਰ ਸੜੀਏ। ਅਸੀਂ ਅੰਦਰ ਸੜੀਏ ਨਹੀਂ, ਜਿੱਥੇ ਵੀ ਜਾਈਏ ਉਹਨਾਂ ਨੂੰ ਕਹੀਏ ਭਾਈ ਨਹੀਂ, ਇਹ ਸ਼ਬਦ ਕੇਵਲ ਉਹਨਾਂ ਮਸੰਦਾਂ ਵਾਸਤੇ ਮੇਰੇ ਪਾਤਸ਼ਾਹ ਜੀ ਨੇ ਵਰਤਿਆ ਸੀ। ਸਾਨੂੰ ਤੇ ਸਤਿਗੁਰੂ ਜੀ ਨੇ ਕਿਹਾ ਅੰਮ੍ਰਿਤਸਰ ਸਿਫਤੀ ਦਾ ਘਰ। ਘੱਟੋ ਘੱਟ ਅਸੀਂ ਇਹਨਾਂ ਕੰਮਾਂ ਵਿੱਚ ਯੋਗਦਾਨ ਪਾਉਣ ਜੋਗੇ ਹੋ ਜਾਈਏ। ਖੈਰ ਗੁਰੂ ਕਿਰਪਾ ਕਰੇ ਜਦੋਂ ਵੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਜਾਈਏ, ਦਰਸ਼ਨ ਕਰਨ ਵਾਸਤੇ ਜਾਈਏ, ਉੱਥੇ ਬਹਿ ਕੇ ਇਹ ਵੇਖੀਏ ਕਿ ਇਹਨਾਂ ਥਾਵਾਂ ਤੇ ਬਹਿ ਕੇ ਦਸ਼ਮੇਸ਼ ਪਿਤਾ ਜੀ ਨੇ ਆਨੰਦ ਮਾਣਿਆ। ਇਹ ਉਹ ਥਾਵਾਂ ਨੇ ਜਿੱਥੇ ਚਾਰ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗਲਵੱਕੜੀ ਪਾਉਣਾ ਲੋਚਦੇ, ਵਾਰ-ਵਾਰ ਪਾਤਸ਼ਾਹ ਦੇ ਸੀਨੇ ਲੱਗਦੇ ਸਨ। ਇਹ ਉਹ ਥਾਂ ਹੈ ਜਿੱਥੇ ਪਾਤਸ਼ਾਹ ਜੀ ਨੇ ਔਰਨ ਕੀ ਹੋਲੀ ਮਮ ਹੋਲਾ ਵਾਲੇ ਬਚਨ ਉਚਾਰਨ ਕੀਤੇ, ਸਾਨੂੰ ਸ਼ਸਤਰ ਬਖਸ਼ਿਸ਼ ਕੀਤੇ। ਤੇ ਸਤਿਗੁਰੂ ਜੀ ਨੇ ਆਖਿਆ ਇਹ ਤੁਹਾਡੇ ਪੀਰ ਨੇ। ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕੋਗੇ ਤੇ ਪਹਿਲਾਂ ਅੱਗੇ ਚੱਕਰ ਪਏ ਨੇ, ਪਹਿਲਾਂ ਅੱਗੇ ਸ੍ਰੀ ਸਾਹਿਬ ਪਈ, ਪਹਿਲਾਂ ਅੱਗੇ ਤੁਹਾਡਾ ਮਸਤਕ ਜਿਹੜਾ ਉਹ ਤੀਰਾਂ ਦੇ ਅੱਗੇ, ਸ਼ਸਤਰਾਂ ਦੇ ਅੱਗੇ ਝੁਕਦਾ ਹੈ। ਇਸ ਕਰਕੇ ਆਰੰਭਤਾ ਕੀਤੀ ਸੀ ਇਸ ਗੱਲ ਤੋਂ ਕਿ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗਿਆ ਨਾ ਭਾਈ। ਜੇ ਆਪਣੀਆਂ ਦੁੱਖਾਂ ਤੋਂ ਨਿਜਾਤ ਪਾਉਣਾ ਚਾਹੁੰਦੇ ਹਾਂ, ਜੇ ਆਪਣੇ ਦੁੱਖਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਾਂ, ਤੇ ਅੱਜ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਪੈ ਜਾਈਏ। ਇੱਕ ਨੁਕਤਾ ਆਪ ਜੀ ਨਾਲ ਸਾਂਝਾ ਕਰਕੇ ਮੈਂ ਸਮਾਪਤੀ ਵੱਲ ਆਵਾਂ। ਅੱਜ ਸਾਡੇ ਸਿੱਖਾਂ ਦੀ ਹਾਲਾਤ ਇਦਾਂ ਦੀ ਬਣ ਗਈ ਹੈ, ਅਖਵਾਉਂਦੇ ਤੇ ਆਪਣੇ ਆਪ ਨੂੰ ਸਿੱਖ ਹਾਂ, ਪਰ ਜਾ ਕੇ ਜੋਤਸ਼ੀਆਂ ਦੇ ਕੋਲ, ਜਾ ਕੇ ਪਾਂਧਿਆਂ ਦੇ ਕੋਲ, ਜਾ ਕੇ ਪੰਡਤਾਂ ਦੇ ਕੋਲ, ਜਾ ਕੇ ਮੌਲਾਣਿਆਂ ਦੇ ਕੋਲ ਹੱਥ ਵਿਖਾਉਂਦੇ ਫਿਰਦੇ ਆ। ਤੇ ਜਿਸ ਪਿਤਾ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਇਸ ਪਾਵਨ ਅਸਥਾਨ ਉੱਤੇ ਹੋਇਆ, ਗੁਰੂ ਪਿਆਰ ਵਾਲਿਓ, ਤੇ ਜਿਹੜੇ ਪੰਡਤ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕੋਲ ਚੱਲ ਕੇ ਗਏ ਸਨ, ਉਹ ਕੋਈ ਆਮ ਪੰਡਤ ਸਨ? ਉਹ ਪੰਡਤ ਸਨ ਜਿਨ੍ਹਾਂ ਨੂੰ ਚਾਰੇ ਵੇਦ, ਜਿਨ੍ਹਾਂ ਨੇ ਪਾਠ ਕੀਤੇ ਹੋਏ ਸਨ, ਜਿਨ੍ਹਾਂ ਨੇ 27 ਦੀਆਂ 27 ਸਿਮਰਤੀਆਂ ਦਾ ਗਿਆਨ ਹਾਸਲ ਕੀਤਾ ਹੋਇਆ ਸੀ, ਜਿਨ੍ਹਾਂ ਨੇ 18 ਦੇ 18 ਪੁਰਾਣ ਵਾਚੇ ਹੋਏ ਸਨ। ਕਿ ਉਹਨਾਂ ਨੂੰ ਵਾਸਤੂ ਸ਼ਾਸਤਰ ਨਹੀਂ ਸੀ ਆਉਂਦਾ? ਉਹ ਜਾਂਦੇ ਜਾ ਕੇ ਔਰੰਗਜ਼ੇਬ ਦੇ ਬੂਹੇ ਅੱਗੇ 4 ਮਿਰਚਾਂ ਤੇ 1 ਨਿੰਬੂ ਲਟਕਾ ਆਉਂਦੇ ਜਾ ਕੇ। ਉਦੋਂ ਨਿੰਬੂ ਨਹੀਂ ਸੀ ਮਿਲਦੇ ਕਿ ਮਿਰਚਾਂ ਨਹੀਂ ਸੀ ਮਿਲਦੀਆਂ ਉਸ ਸਮੇਂ। ਉਹ ਜਾਂਦੇ ਤੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਦੇ ਦਰਵਾਜ਼ੇ ਤੇ ਜਾ ਕੇ ਧਾਗੇ 'ਚ ਪਾ ਕੇ ਟੰਗ ਆਉਂਦੇ। ਜਦੋਂ ਵੇਖਦਾ ਤੇ ਮਾਫ ਕਰ ਦਿੰਦਾ, ਪਰ ਉਹ ਕੀ ਕਰਦਾ ਸੀ? ਸਵਾ ਮਣ ਜੰਨੂ ਲਾ ਕੇ ਫੇਰ ਪਾਣੀ ਦੀ ਘੁੱਟ ਪੀਂਦਾ ਸੀ। ਤੇ ਜਦੋਂ ਉਹ ਚੱਲ ਕੇ ਆਏ ਪੰਡਤ ਕਿਰਪਾ ਰਾਮ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਕੋਲ, ਮਾਫੀ ਦੇ ਦਿਓ, ਉਹ ਲੋਕ ਜਿਹੜੇ ਸਾਰੀ ਜੋਤਿਸ਼ ਵਿਦਿਆ ਜਾਣਦੇ ਸਨ, ਜਿਹੜੇ ਸਾਰੇ ਆਪਣੇ ਇਤਿਹਾਸ ਤੋਂ ਜਾਣੂ ਸਨ, ਉਹਨਾਂ ਨੇ ਤੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸਰਾ ਤੱਕਿਆ। ਤੇ ਅੱਜ ਸਾਡੇ ਸਿੱਖ ਜਿਹੜੇ ਨੇ ਇਹ ਜਾ ਕੇ ਉਹਨਾਂ ਲੋਕਾਂ ਦਾ ਆਸਰਾ ਤੱਕ ਰਹੇ ਆ। ਹੱਥ ਵਿੱਚ ਮੁੰਦਰੀਆਂ ਪਾਉਂਦੇ ਆ ਜੀ ਫਲਾਣਾ ਨਾਗ ਹੈ, ਇਹ ਫਲਾਣਾ ਨਾਗ ਹੈ। ਤੇ ਆ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵਿਖਾਉਂਦੇ ਆ ਹੱਥ ਜੋੜ ਕੇ, ਪਾਤਸ਼ਾਹ ਪ੍ਰਵਾਨ ਕਰ ਲੈਣਗੇ ਸਾਨੂੰ? ਗੁਰੂ ਪਿਆਰ ਵਾਲਿਓ, ਇੱਕ ਦੇ ਹੋ ਜਾਈਏ। ਬੇਨਤੀ ਕੀਤੀ ਸੀ ਜਿਹੜਾ ਹਿੰਦੂ ਆ ਉਹਦੀ ਕੋਈ ਬਾਹ ਫੜ ਲਏਗਾ,
ਮੁਸਲਮਾਨ ਦੀ ਹਜ਼ਰਤ ਮੂਸਾ ਸਾਹਿਬ ਬਾਹ ਫੜ ਲੈਣਗੇ ਜੇ ਉਹਦਾ ਅਕੀਦਾ ਪੱਕਾ, ਉਹ 5 ਵਕਤ ਦਾ ਨਮਾਜ਼ੀ ਹੈ। ਜੇ ਕੋਈ ਕ੍ਰਿਸਚਨ ਆ ਤੇ ਈਸਾ ਉਹਦੀ ਬਾਹ ਫੜ ਲੈਣਗੇ ਤੇ ਜਿਹੜਾ 4 ਸਫੇਰੇ ਦੌੜਿਆ ਫਿਰਦਾ ਉਹਦੀ ਬਾਹ ਕੌਣ ਫੜੇਗਾ? ਇੱਕ ਮਾਲਕ ਦੀ ਸ਼ਰਨ ਵਿੱਚ ਪੈ ਜਾਈਏ। ਗੁਰੂ ਅੱਗੇ ਤੇ ਅਰਦਾਸ ਕਰਦੇ ਆ ਕਿ ਪਾਤਸ਼ਾਹ ਜੀ ਸਗਲ ਦੁਆਰ ਕੋ ਛਾੜ ਕੇ, 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 ਗਇਓ ਤੁਹਾਰੋ ਦਵਾਰ, ਗਇਓ ਤੁਹਾਰੋ ਦਵਾਰ, ਗਇਓ ਤੁਹਾਰੋ ਦਵਾਰ, ਗਇਓ ਤੁਹਾਰੋ ਦਵਾਰ, ਬਾਹਿ ਗਏ ਕੀ ਲਾਦ ਅਸ, ਬਾਹਿ ਗਏ ਕੀ ਲਾਦ ਅਸ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ। ਜੇ ਗੁਰੂ ਪਿਤਾ ਅੱਗੇ ਸ਼ਾਮ ਵੇਲੇ ਰਹਿ ਰਾਸ ਪੜਦਿਆਂ ਹੋਇਆ ਬੇਨਤੀ ਕਰਦੇ ਆ ਕਿ ਪਾਤਸ਼ਾਹ ਜੀ ਸਗਲ ਦੁਆਰ ਕੋ, ਉੱਚੀ ਪੜੋ ਭੈਣ ਜੀ, ਤੁਹਾਡੇ ਇਧਰੋਂ ਆਵਾਜ਼ ਘੱਟ ਆਉਂਦੀ, ਜਦੋਂ ਵੀਰ ਉੱਚੀ ਪੜਦੇ ਤੁਸੀਂ ਹੌਲੀ ਪੜਦੇ। ਸਗਲ ਦੁਆਰ ਕੋ ਛਾੜ ਕੇ ਦਾ ਮਤਲਬ ਕੀ ਹੋਇਆ ਭਲਾ? ਛੱਡ ਕੇ, ਸਾਰੇ ਦੁਆਰੇ ਛੱਡ ਕੇ ਕੀ ਕੀਤਾ? ਗਹਿਓ ਤੁਹਾਰੋ, ਗਹਿਓ ਦਾ ਮਤਲਬ ਹੁੰਦਾ ਫੜ ਲੈਣਾ। ਮਾਲਕ ਜੀ ਹੁਣ ਮੈਂ ਤੁਹਾਡਾ ਦਰ ਫੜ ਲਿਆ ਤੇ ਤੁਹਾਡਾ ਦਰ ਮੈਂ ਕੋਈ ਛੱਡਣਾ ਨਹੀਂ। ਹੁਣ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਦੁੱਖ ਆਵੇ ਜ਼ਿੰਦਗੀ ਵਿੱਚ, ਸੁੱਖ ਆਵੇ, ਤੇਰਾ ਦਰ ਨਹੀਂ ਉਹ ਛੱਡਣਾ। ਕਿੰਨੇ ਹੋਣਗੇ ਸਾਡੇ ਵਿੱਚੋਂ? ਬਹੁਤ ਵਿਰਲੇ ਹੋਣਗੇ ਜਿਨ੍ਹਾਂ ਦੀ ਇਹ ਹਾਲਾਤ ਹੋਏਗੀ। ਸਾਡੇ ਤੇ ਛੋਟਾ ਜਿਹਾ ਦੁੱਖ ਆਇਆ ਨਹੀਂ, ਬੱਚਾ ਬਿਮਾਰ ਹੋਇਆ ਨਹੀਂ ਤੇ ਬਾਬਾ ਕੋਈ ਲੱਭਿਆ ਨਹੀਂ ਉਸੇ ਵੇਲੇ। ਤੇ ਪੜਦੇ ਕੀਆਂ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰ। ਗੁਰੂ ਕਿਰਪਾ ਕਰੇ ਮਾਲਕ ਜੀ ਸਾਰੇ ਦੁਆਰੇ ਛੱਡੇ, ਬਸ ਤੇਰਾ ਦਰ ਫੜ ਲਿਆ। ਤੇ ਤੁਸੀਂ ਹੁਣ ਇੱਕ ਕਿਰਪਾ ਕਰਿਓ, ਕਹੋ ਨਾਨਕ ਹਮ ਨੀਚ ਕਰਮਾ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹ ਗਹੇ ਕੀ। ਤੁਸੀਂ ਹੁਣ ਕਿਰਪਾ ਕਰਕੇ ਮੇਰੀ ਬਾਹ ਫੜ ਲੈਣੀ ਹੈ ਤੇ ਆਪਣਾ ਦਾਸ ਬਣਾ ਲੈਣਾ। ਬਾਹ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਸਾਨੂੰ ਆਪਣੇ ਦਾਸ ਬਣਾ ਲਓ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਆਪਣੇ ਦਾਸ ਬਣਾਓ। ਗੁਰੂ ਸਾਹਿਬ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਅਸੀਂ ਦਾਸ ਬਣੀਏ ਸਤਿਗੁਰੂ ਜੀ ਦੇ। ਅਸੀਂ ਸਤਿਗੁਰੂ ਜੀ ਦੇ ਮੁਤਾਬਕ ਹੋ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ। ਭਾਗਾਂ ਵਾਲਿਓ, ਜਿਸ ਦਿਨ ਗੁਰੂ ਆਛੇ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਸ਼ੁਰੂ ਕਰ ਦਿੱਤਾ, ਤੁਹਾਡੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ, ਚੜ੍ਹਦੀ ਕਲਾ, ਚੜ੍ਹਦੀ ਕਲਾ ਹੋ ਜਾਏਗੀ। ਬਸ ਇਹ ਆ ਕਿ ਸਾਡਾ ਵਿਸ਼ਵਾਸ, ਸਾਡਾ ਭਰੋਸਾ ਸਤਿਗੁਰੂ ਜੀ ਦੇ ਚਰਨਾਂ ਤੇ ਬਣੇ। ਦਸ਼ਮੇਸ਼ ਪਿਤਾ ਨੇ ਆਖਿਆ, ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਖ ਤੇਰੇ। ਹੋਏਗਾ ਕਿਸੇ ਵਾਸਤੇ ਕੋਈ ਬਾਬਾ, ਹੋਏਗਾ ਕਿਸੇ ਵਾਸਤੇ ਕੋਈ ਸਿਆਣਾ, ਮੇਰੇ ਵਾਸਤੇ ਤੇ ਤੁਸੀਂ ਹੋ ਬਸ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਖ ਤੇਰੇ। ਮੈਂ ਤੇ ਕਿਸੇ ਨੂੰ ਅੱਖ ਥੱਲੇ ਵੀ ਨਹੀਂ ਲੈ ਕੇ ਆਉਂਦਾ। ਕਹਿੰਦੇ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨਿਓ। ਰਾਮ ਰਹੀਮ ਕੁਰਾਨ, ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਮੈਂ ਕਿਉਂ ਮੰਨਾਂ? ਮੇਰੇ ਵਾਸਤੇ ਦਸ਼ਮੇਸ਼ ਪਿਤਾ ਜੀ ਨੇ ਇਹ ਗੱਲ ਆਖੀ, ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗ੍ਰੰਥ ਜਿਹੜਾ ਉਸ ਮਾਲਕ ਦੀ ਸ਼ਰਨ ਵਿੱਚ ਪੈ ਗਿਆ, ਉਹਦੀ ਬਾਹ ਮਾਲਕ ਫੜ ਲੈਂਦੇ ਆ। ਪਰ ਸਾਡੇ ਮਨਾਂ ਵਿੱਚ ਕਈ ਵਾਰੀ ਸ਼ੰਕਾ ਪੈਦਾ ਹੋ ਜਾਂਦਾ ਹੈ, ਅਰਦਾਸ ਨਹੀਂ ਪ੍ਰਵਾਨ ਹੋ ਰਹੀ। ਇੰਨਾ ਚਿਰ ਹੋ ਗਿਆ ਗੁਰਦੁਆਰੇ ਜਾਂਦੇ ਆ, ਪਰ ਜਿੰਨੀ ਦੇਰ ਸਾਡੇ ਕੋਲ ਬਰਤਨ ਤਿਆਰ ਨਹੀਂ ਹੋਏਗਾ, ਉਨੀ ਦੇਰ ਦਾਤ ਕੋਈ ਨਹੀਂ ਪੈਣੀ। ਆਪਾਂ ਡਾਕਟਰ ਕੋਲ ਜਾਂਦੇ ਆ, ਡਾਕਟਰ ਨੂੰ ਜਾ ਕੇ ਆਪਣੀ ਬਿਮਾਰੀ ਦੱਸੀਦੀ ਹੈ ਵੀ ਮੈਨੂੰ ਇਦਾਂ ਇਦਾਂ ਹੁੰਦਾ ਹੈ। ਤੇ ਡਾਕਟਰ ਕੀ ਕਰਦਾ? ਸਿਆਣਾ ਡਾਕਟਰ ਸਾਡੇ ਕੋਲ ਟੈਸਟ ਲੈ ਲੈਂਦਾ, ਬਲੱਡ ਲੈ ਲੈਂਦਾ,
ਉਹ ਸਾਡੇ ਟੈਸਟ ਕਰਨ ਵਾਸਤੇ ਰਿਪੋਰਟ ਭੇਜ ਦਿੰਦਾ ਹੈ। ਉਹ ਜਿੰਨੀ ਦੇਰ ਰਿਪੋਰਟ ਵਾਪਸ ਨਹੀਂ ਆਉਂਦੀ, ਅਸੀਂ ਇੱਦਾਂ ਤਾਂ ਨਹੀਂ ਨਾ ਵੀ ਡਾਕਟਰ ਨੂੰ ਦੱਸ ਕੇ ਆਪਣੀ ਬਿਮਾਰੀ ਤੇ ਕਹਿੰਦੇ ਬਸ ਮੈਨੂੰ ਹੁਣੇ ਠੀਕ ਕਰ ਦਿਓ। ਡਾਕਟਰ ਸਾਡੇ ਕੋਲੋਂ ਸਮਾਂ ਲੈਂਦਾ ਹੈ। ਪਰ ਅਸੀਂ ਜਦੋਂ ਇਸ ਡਾਕਟਰ ਕੋਲ ਆਉਂਦੇ ਆ, ਅਸੀਂ ਕਹਿੰਦੇ ਆ ਵੀ ਜੇ ਠੀਕ ਆ ਤੁਹਾਡੇ ਕੋਲੋਂ ਗੱਲ ਬਣਦੀ ਆ, ਨਹੀਂ ਤੇ ਫਿਰ ਮੁੰਦਰੀਆਂ ਤੇ ਪਾਈਆਂ ਹੀ ਨਹੀਂ ਹੱਥਾਂ ਦੇ ਵਿੱਚ, ਤੇ ਤੁਹਾਡੇ ਕੋਲ ਗੱਲ ਬਣੇਗੀ ਨਹੀਂ ਤੇ ਧਾਗਾ ਤੇ ਗੁੱਟ ਨਾਲ ਬੰਨਿਆ ਹੀ ਆ, ਗੁੱਟ ਨਾਲੋਂ ਲੱਥ ਕੇ ਕਈਆਂ ਗਿੱਟੇ ਨਾਲ ਬੰਨ ਲਿਆ। ਸਾਡਾ ਵਿਸ਼ਵਾਸ, ਸਾਡੇ ਮਨ 'ਚ ਸ਼ੰਕਾ ਪੈਦਾ ਹੋ ਜਾਂਦਾ ਹੈ। ਇਹ ਜ਼ਰੂਰੀ ਨਹੀਂ ਜਿਹੜੇ ਰੱਬ ਨਾਲੋਂ ਟੁੱਟੇ ਆ ਉਹਨਾਂ ਦੇ ਮਨਾਂ 'ਚ ਹੀ ਪੈਦਾ ਹੁੰਦਾ, ਜਿਹੜੇ ਜੁੜੇ ਨੇ, ਜਿਹੜੇ ਥੋੜੇ ਜਿਹੇ ਕੱਚੇ ਨੇ, ਉਹਨਾਂ ਦੇ ਮਨਾਂ 'ਚ ਵੀ ਪੈਦਾ ਹੋ ਜਾਂਦਾ। ਇੱਕ ਵਾਰੀ ਇਦਾਂ ਦਾ ਇੱਕ ਇਨਸਾਨ ਸਮੁੰਦਰ ਦੇ ਕਿਨਾਰੇ ਕਿਨਾਰੇ ਤੁਰਿਆ ਜਾ ਰਿਹਾ। ਆ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ, ਤੁਸੀਂ ਬੜੇ ਇਕਾਗਰਤਾ ਨਾਲ ਬੈਠੇ ਹੋ। ਵੀਰ ਜੀ ਨੇ ਪਹਿਲਾਂ ਕਿਹਾ ਸੀ ਵੀ ਜਦੋਂ ਤੁਸੀਂ ਕਥਾ ਕਰਨ ਲੱਗ ਪਏ ਤੁਸੀਂ ਹਟਣਾ ਕੋਈ ਨਹੀਂ, ਜਦੋਂ ਸੰਗਤ ਨੇ ਪਿਆਰ ਬਖਸ਼ਿਆ ਤੁਸੀਂ ਵਾਕਿਆ ਹੀ ਬਹੁਤ ਇਕਾਗਰਤਾ ਨਾਲ ਬੈਠੇ। ਉਸ ਸੱਜਣ ਸਮੁੰਦਰ ਦੇ ਕਿਨਾਰੇ ਕਿਨਾਰੇ ਤੁਰਿਆ ਜਾਂਦਾ ਹੈ ਤੇ ਉਹਦੀ ਹਾਲਾਤ ਇਦਾਂ ਦੀ ਆ, ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਗੁਤੇ, ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਤੁਰਿਆ ਜਾਂਦਾ ਹੈ ਤੇ ਉਹਨੂੰ ਇਦਾਂ ਲੱਗਦਾ ਹੈ, ਸਮਝਾਉਣ ਵਾਲੇ ਨੇ ਬੜਾ ਪਿਆਰਾ ਸਮਝਾਇਆ, ਉਹਨੂੰ ਇਦਾਂ ਲੱਗਦਾ ਵੀ ਮੈਂ ਸਮੁੰਦਰ ਦੇ ਕਿਨਾਰੇ ਕਿਨਾਰੇ ਰੇਤਾ ਤੇ ਤੁਰਿਆ ਜਾ ਰਿਹਾ ਤੇ ਤੁਰਦਿਆਂ ਤੁਰਦਿਆਂ ਆ ਦੋ ਪੈਰਾਂ ਦੇ ਨਿਸ਼ਾਨ ਮੇਰੇ ਬਣ ਰਹੇ ਆ, ਆ ਦੋ ਨਾਲ ਕੋਈ ਹੋਰ ਬਣ ਰਿਹਾ ਤੇ ਉਹਦੇ ਮਨ ਦਾ ਬਲਬਲਾ ਆਏ, ਉਹ ਇਦਾਂ ਮਹਿਸੂਸ ਕਰ ਰਿਹਾ। ਤੇ ਜਦੋਂ ਮਾਲਕ ਨੇ ਪ੍ਰੀਖਿਆ ਲੈਣੀ ਹੁੰਦੀ, ਉਹ ਤੁਰਿਆ ਜਾਂਦਾ ਤੇ ਚਾਰ ਕਦਮਾਂ ਦੇ ਨਿਸ਼ਾਨ ਉਹਨੂੰ, ਉਹਦੀ ਅਵਸਥਾ ਇਦਾਂ ਦੀ ਉਹ ਸਮਝ ਰਿਹਾ। ਤੇ ਤੁਰਦਿਆਂ ਤੁਰਦਿਆਂ ਥੋੜਾ ਜਿਹਾ ਔਖਾ ਰਸਤਾ ਆ ਗਿਆ। ਸਾਡਾ ਬਹੁਤਿਆਂ ਦਾ ਇਹ ਸਵਾਲ ਹੈ, ਤੁਰਦਿਆਂ ਤੁਰਦਿਆਂ ਥੋੜਾ ਜਿਹਾ ਔਖਾ ਰਸਤਾ ਆਇਆ ਤੇ ਉਹਨੂੰ ਇਦਾਂ ਲੱਗਿਆ ਵੀ ਜਿਵੇਂ ਦੋ ਪੈਰਾਂ ਦੇ ਨਿਸ਼ਾਨ ਗਾਇਬ ਹੋ ਗਏ ਤੇ ਪਿੱਛੇ ਦੋ ਹੀ ਰਹਿ ਗਏ। ਉਹ ਮਨ 'ਚ ਸ਼ੰਕਾ ਪੈਦਾ ਹੋ ਗਿਆ। ਇਹ ਬਾਣੀ ਪੜ੍ਹਨ ਵਾਲਿਆਂ ਦੇ ਵੀ ਹੋ ਜਾਂਦਾ ਹੈ ਜੀ, ਸਿਮਰਨ ਕਰਨ ਵਾਲਿਆਂ ਦੇ, ਸੇਵਾ ਕਰਨ ਵਾਲਿਆਂ ਦੇ ਕਈ ਵਾਰੀ ਨਿੱਕੀ ਜਿਹੀ ਗੱਲ ਤੋਂ ਡੋਲ ਕੇ ਬਹਿ ਜਾਈਦਾ ਹੈ। ਤੇ ਡੋਲਣਾ ਨਹੀਂ, ਗੁਰੂ ਅੱਗੇ ਅਰਦਾਸ ਕਰਨੀ, ਪਾਤਸ਼ਾਹ ਜੀ ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ। ਅਸੀਂ ਡੋਲੀਏ ਨਾ ਕਦੇ। ਤੇ ਉਹਦੇ ਮਨ 'ਚ ਸ਼ੰਕਾ ਪੈਦਾ ਹੋ ਗਿਆ, ਕਹਿੰਦੇ ਰੱਬ ਵੀ ਬੜਾ ਸਵਾਰਥੀ ਹੈ, ਜਿੱਥੇ ਸੌਖਾ ਰਸਤਾ ਸੀ ਉੱਥੇ ਨਾਲ ਨਾਲ ਚੱਲਦਾ ਆਇਆ, ਜਿੱਥੇ ਔਖਾ ਰਸਤਾ ਆ ਗਿਆ ਸਾਥ ਹੀ ਛੱਡ ਦਿੱਤਾ ਮੇਰਾ। ਫਿਰ ਅੱਗੇ ਥੋੜਾ ਜਿਹਾ ਸੌਖਾ ਰਸਤਾ ਆਇਆ ਤੇ ਫਿਰ ਉਹਨੂੰ ਇਦਾਂ ਲੱਗਿਆ ਕਿ ਕਦਮਾਂ ਦੇ ਚਾਰ ਨਿਸ਼ਾਨ ਬਣ ਰਹੇ ਨੇ। ਫਿਰ ਔਖਾ ਆਇਆ, ਫਿਰ ਦੋ ਰਹਿ ਗਏ, ਚੌਂਕੜਾ ਮਾਰ ਕੇ ਬਹਿ ਗਿਆ, ਲਿਵ ਜੋੜੀ ਤੇ ਸ਼ਿਕਵਾ ਕੀਤਾ ਮਾਲਕ ਦੇ ਨਾਲ, ਗਿਲਾ ਕੀਤਾ। ਅਸੀਂ ਰੁੱਸ ਕੇ ਬਹਿ ਜਾਂਦੇ ਹਾਂ, ਕੋਈ ਚੀਜ਼ ਮੰਗਦੇ ਆ ਪ੍ਰਾਪਤ ਨਾ ਹੋਵੇ ਤੇ ਮਾਲਕ ਨੂੰ ਕਹਿੰਦੇ ਆ ਨਿਤਨੇਮ ਕਰਨਾ ਛੱਡਿਆ, ਗੁਰਦੁਆਰੇ ਆਉਣਾ ਛੱਡਿਆ, ਸੇਵਾ ਕਰਨੀ ਛੱਡੀ, ਹੁੰਦਾ ਹੈ ਜੀ ਇਦਾਂ। ਤੇ ਸੁਖਮਨੀ ਸਾਹਿਬ ਜੀ ਪਾਤਸ਼ਾਹ ਕਿਰਪਾ ਕਰਦੇ ਆ, 10 ਵਸਤੂ ਲੈ ਪਾਤਸ਼ਾਹ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਜਿਹੜੀ ਇੱਕ ਮੰਗ ਰਹੇ ਆ ਉਹ ਨਾ ਦੇਵੇ, ਉਹਦੀ ਮਰਜ਼ੀ ਆ, ਜ਼ੋਰ ਥੋੜਾ ਕੋਈ ਉੱਥੇ ਉਹਦੇ ਅੱਗੇ ਹੁਕਮ ਨਹੀਂ ਚੱਲਦਾ, ਉੱਥੇ ਕੇਵਲ ਅਰਦਾਸ ਚੱਲਦੀ ਹੈ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ। ਅਸੀਂ ਨਿਤਨੇਮ ਕਰਨਾ ਛੱਡ ਦਿੱਤਾ ਤੇ ਪਾਤਸ਼ਾਹ ਕਹਿੰਦੇ ਏਕ ਭੀ ਨਾ ਦੇ 10 ਭੀ ਹਿਰ ਲੈ, ਹਿਰ ਦਾ ਭਾਵ ਖੋਲ ਹੈ, ਤੇਰੇ ਕੋਲ ਵਾਪਸ ਲੈ ਲੈ ਸਾਰਾ ਕੁਝ ਹੀ, ਫਿਰ ਕੀ ਕਰ ਲਵਾਂਗੇ। ਏਕ ਭੀ ਨਾ ਦੇ 10 ਭੀ ਹਿਰ ਲੈ, ਤੋ ਮੂੜਾ ਕਹੋ ਕਹਾਂ ਕਰੇ, ਜਿਸ ਠਾकुर ਸਿਉ ਨਾਹੀ ਚਾਰਾ, ਤਾਕੋ ਕੀਜੈ ਸਤ ਨਮਸਕਾਰਾ। ਪ੍ਰਵਾਨ ਹੈ ਜੋ ਤੁਸੀਂ ਕਰ ਰਹੇ ਹੋ। ਉਹਨੇ ਲਿਵ ਜੋੜੀ ਤੇ ਗਿਲਾ ਕੀਤਾ ਮਾਲਕ ਨਾਲ, ਮਾਲਕ ਜੀ ਤੁਸੀਂ ਬਹੁਤ ਸਵਾਰਥੀ ਹੋ, ਤੁਸੀਂ ਲੋਕਾਂ ਵਾਲੀ ਕਰ ਦਿੱਤੀ। ਜਿੱਥੇ ਸੌਖਾ ਰਸਤਾ ਸੀ ਨਾਲ ਚੱਲ ਰਹੇ ਸੋ, ਜਿੱਥੇ ਔਖਾ ਆਇਆ ਸਾਥ ਛੱਡ ਕੇ ਪਾਸੇ ਹੋ ਗਏ। ਮਾਲਕ ਨੇ ਆਖਿਆ ਤੈਨੂੰ ਕਿੱਦਾਂ ਪਤਾ ਲੱਗਾ ਹੈ? ਆਵਾਜ਼ ਆਈ, ਮਾਣੀ ਆਵਾਜ਼ ਦਿੰਦਾ ਹੈ ਅੰਦਰੋਂ ਜਦੋਂ ਜੁੜਿਆ ਹੁੰਦਾ ਹੈ। ਤੈਨੂੰ ਕਿੱਦਾਂ ਸ਼ੰਕਾ ਇਹ ਹੋ ਗਿਆ ਮਨ ਵਿੱਚ ਪੈਦਾ ਵੀ ਮਾਲਕ ਛੱਡ ਗਿਆ? ਕਹਿ ਲੱਗੇ ਜਿੱਥੇ ਸੌਖਾ ਰਸਤਾ ਸੀ 4 ਕਦਮਾਂ ਦੇ ਨਿਸ਼ਾਨ ਸਨ, ਜਿੱਥੇ ਔਖਾ ਆ ਗਿਆ 2 ਰਹਿ ਗਏ। ਤੇ ਕਹਿ ਲੱਗੇ ਉਹ 2 ਤੇਰੇ ਸਨ? ਕਹਿ ਲੱਗਾ ਬਿਲਕੁਲ। ਉਹ ਕਹਿਣ ਲੱਗਾ ਨਹੀਂ ਪੁੱਤਰ, ਜਵਾਬ ਮਿਲਦਾ ਹੈ ਪੁੱਤਰ ਜਿੱਥੇ ਸੌਖਾ ਸੀ ਮੈਂ ਤੇਰੇ ਨਾਲ ਚੱਲਦਾ ਸਾਂ, ਜਿੱਥੇ ਔਖਾ ਸੀ ਮੈਂ ਤੈਨੂੰ ਆਪਣੀ ਗੋਦੀ 'ਚ ਚੁੱਕਿਆ ਸੀ। ਉਹ ਕਦਮਾਂ ਦੇ ਨਿਸ਼ਾਨ ਤੇਰੇ ਨਹੀਂ, ਉਹ ਕਦਮਾਂ ਦੇ ਨਿਸ਼ਾਨ ਮੇਰੇ ਸਨ। ਇਹਨੂੰ ਹੀ ਪਾਤਸ਼ਾਹ ਕਹਿੰਦੇ ਆ ਤਾਤੀ ਵਾਓ ਨਾ ਲੱਗਈ।
ਪਾਰ ਬ੍ਰਹਮ ਜਦੋਂ ਉਸ ਮਾਲਕ ਦੀ ਸ਼ਰਨ ਵਿੱਚ ਪਵਾਂਗੇ, ਉਹ ਆਪਣਾ ਦੁੱਖ ਵੀ, ਸਾਡਾ ਦੁੱਖ ਵੀ ਆਪਣੇ ਤੇ ਲੈ ਲੈਂਦੇ। ਲਿਆ ਨੇ ਕਸ਼ਮੀਰੀ ਪੰਡਤਾਂ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਭਰੋਸਾ, ਸਾਡਾ ਵਿਸ਼ਵਾਸ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਤੇ ਬਣੇ। ਆਪਣੀ ਜ਼ਿੰਦਗੀ ਦੇ ਵਿੱਚ ਬਾਣੀ ਪੜ੍ਹਦੇ ਹੋ, ਭਾਗਾਂ ਵਾਲੇ ਹੋ। ਨਹੀਂ ਪੜ੍ਹਦੇ, ਅੱਜ ਤੋਂ ਸ਼ੁਰੂਆਤ ਕਰੀਏ, ਗੁਰੂ ਅੱਗੇ ਤਰਲਾ ਲਈਏ ਕਿ ਜਿਵੇਂ ਖੁਦਾਵੰਦ ਨੇ ਉਸ ਕਾਫਰ ਇਨਸਾਨ ਜਿੱਥੋਂ ਸ਼ੁਰੂਆਤ ਕੀਤੀ ਸੀ, ਆਪਣੀ ਜ਼ਿੰਦਗੀ ਦੇ ਕਈ ਸਾਲ ਬਤੀਤ ਕਰ ਦਿੱਤੇ ਰੱਬ ਨਾਲੋਂ ਟੁੱਟਿਆ ਹੋਇਆ, ਪਰ ਜਦੋਂ ਬਿਰਤੀ ਜੋੜੀ, ਲਿਵ ਜੋੜੀ ਤੇ ਇੱਕ ਖਿੰਨ ਵਿੱਚ ਮਾਲਕ ਵਾਲਾ ਹੋ ਗਿਆ, ਇੱਕ ਖਿੰਨ ਵਿੱਚ ਖੁਦਾ ਵਾਲਾ ਹੋ ਗਿਆ। ਤੇ ਵਾਹਿਗੁਰੂ ਤੁਸੀਂ ਵੀ ਕਿਰਪਾ ਕਰੋ, ਅਸੀਂ ਬੜੀ ਦੂਰੋਂ ਘੁੰਮ ਕੇ ਕਈਆਂ ਜਨਮਾਂ ਦੇ ਭਟਕੇ ਤੇਰੀ ਸ਼ਰਨ ਚ ਆਏ ਹਾਂ, ਲਾਜ ਰੱਖੋ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਸਤਿਗੁਰੂ ਫਿਰ ਕਿਰਪਾ ਕਰਨਗੇ, ਸਾਡੇ ਦੁੱਖਾਂ ਤੋਂ ਸਾਨੂੰ ਨਿਜਾਤ ਦਿਵਾਉਣਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਥੋੜਾ ਜਿਹਾ ਸਮਾਂ ਅਸੀਂ ਸਿਮਰਨ ਵਿੱਚ ਲਾਵਾਂਗੇ, ਉਪਰੰਤ ਭਾਈ ਸਾਹਿਬ ਜੀ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਜਾਪ ਆਪ ਜੀ ਨੂੰ ਸਰਵਣ ਕਰਵਾਉਣਗੇ। ਉਪਰੰਤ ਅਰਦਾਸ ਹੋਵੇਗੀ, ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਣੀ ਹੈ। ਆਓ ਕੋਈ ਵੀ ਰਸਨਾ ਵਾਂਝੀ ਨਾ ਰਵੇ, ਕੇਵਲ 1-2 ਮਿੰਟ ਅਸੀਂ ਹਾਜ਼ਰੀ ਲਗਵਾਵਾਂਗੇ ਜੀ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਨਾਲ ਸਿਮਰਨ 'ਚ ਹਾਜ਼ਰੀ ਭਰਨੀ ਹੈ। ਵਾਹਿਗੁਰੂ 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 ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਭ ਤੋਂ ਪਹਿਲਾਂ ਆਰੰਭਤਾ ਹੋਈ ਕਿ ਜਦੋਂ ਸ਼ਰਨ ਵਿੱਚ ਪੈਣਾ ਹੈ, ਆਪਣੇ ਔਗਣ ਫਰੋਲਣੇ ਨੇ। ਜਦੋਂ ਔਗਣਾਂ ਦੀ ਪਛਾਣ ਹੋ ਗਈ, ਫਿਰ ਗੁਰੂ ਅੱਗੇ ਤਰਲਾ ਲੈਣਾ, ਪਾਤਸ਼ਾਹ ਜੀ ਹੁਣ ਤੇ ਤੁਹਾਡੀ ਮੈਂ ਸ਼ਰਨ ਵਿੱਚ ਆਇਆ ਹਾਂ, ਹੁਣ ਕਿਰਪਾ ਕਰਕੇ ਆਪ ਜੀ ਮੇਰੇ ਔਗਣ ਦੂਰ ਕਰੋ। ਉਸ ਤੋਂ ਉਪਰੰਤ ਅਸੀਂ ਸਰਵਣ ਕੀਤਾ ਕਿ ਕਿਵੇਂ ਇਸਲਾਮਿਕ ਇਤਿਹਾਸ ਦੀ ਇੱਕ ਦਾਸਤਾਨ ਸਾਨੂੰ ਇਹ ਸਮਝਾਉਂਦੀ ਹੈ ਕਿ ਬੰਦਾ ਲੱਖ ਗੁਨਾਹ ਕੀਤੇ ਹੋਣ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ, ਪਰਮੇਸ਼ਰ ਦੀ ਸ਼ਰਨ ਵਿੱਚ ਪੈਂਦਾ ਹੈ ਇਨਸਾਨ, ਪਾਤਸ਼ਾਹ ਉਹਦੇ ਔਗਣ ਮਾਫ ਕਰਦੇ ਨੇ। ਫਿਰ ਅਸਾਂ ਇਹ ਥੋੜੇ ਜਿਹੇ ਸਮੇਂ 'ਚ ਵਿਚਾਰਿਆ ਕਿ ਪ੍ਰਹਿਲਾਦ ਜੀ ਨੇ ਜਦੋਂ ਮਾਲਕ ਦਾ ਆਸਰਾ ਤੱਕਿਆ, ਅਨੇਕਾਂ ਯਤਨ ਕੀਤੇ ਗਏ ਉਹਨਾਂ ਨੂੰ ਖਤਮ ਕਰਨ ਦੇ, ਪਰ ਸਤਿਗੁਰੂ ਕਹਿੰਦੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇੱਥੋਂ ਅਸੀਂ ਹੋਲੇ ਤੇ ਮਹੱਲੇ ਦਾ ਸੰਖੇਪ ਵਿੱਚ ਅਰਥ ਸਮਝਿਆ। ਫਿਰ ਅੱਜ ਦੇ ਨੌਜਵਾਨ ਕਿਵੇਂ ਹੋਲੇ ਮਹੱਲੇ ਵਾਸਤੇ ਜਾਂਦੇ ਨੇ, ਕਿਵੇਂ ਅਸੀਂ ਆਪਣੀ ਸੰਪत्ति ਨੂੰ, ਆਪਣੇ ਪੈਸੇ ਨੂੰ
ਲੰਗਰਾਂ ਦੇ ਵਿੱਚ ਲਾ ਕੇ ਅਜਾਈਂ ਗਵਾ ਰਹੇ ਹਾਂ। ਹਾਂ, ਜਿੱਥੇ ਲੋੜ ਹੈ 10 ਕਿਲੋਮੀਟਰਾਂ ਦੇ ਵਿੱਚ 10-10 ਲੰਗਰ ਲਾਉਣ ਦੀ ਬਜਾਏ ਇੱਕ ਜਗ੍ਹਾ ਤੇ ਲਾਇਆ ਜਾਏ। ਬਾਕੀ ਦੇ ਪੈਸੇ ਨਾਲ ਆਪਣੇ ਗੁਰਸਿੱਖ ਵੀਰ ਜਿਹੜੇ ਗਰੀਬ ਨੇ, ਜਿਹੜੇ ਆਪਣੇ ਬੱਚਿਆਂ ਦੀ ਫੀਸ ਨਹੀਂ ਦੇ ਪਾ ਰਹੇ, ਜਿਨ੍ਹਾਂ ਦੇ ਬੱਚਿਆਂ ਦੇ ਤੰਨਾਂ ਤੇ ਸਰੀਰਾਂ ਦੇ ਉੱਤੇ ਚੰਗੇ ਕੱਪੜੇ ਨਹੀਂ, ਕਿਸੇ ਵੀਰ ਦੇ ਹਸਪੀਟਲ ਵਿੱਚ ਕੋਈ ਬਿੱਲ ਦੇਣ ਵਾਲਾ ਹੈ, ਉਹਦੀ ਬਿਮਾਰੀ ਦੇ ਉੱਤੇ ਉਹ ਪੈਸੇ ਨੂੰ ਲਾਇਆ ਜਾਏ। ਆਪਣੇ ਸਾਹਿਤ ਨੂੰ ਵੰਡਿਆ ਜਾਏ, ਆਪਣੇ ਇਤਿਹਾਸ ਦੀਆਂ ਕਿਤਾਬਾਂ ਵੰਡੀਆਂ ਜਾਣ, ਦਸਤਾਰਾਂ ਵੰਡੀਆਂ ਜਾਣ। ਜਿਹੜੇ ਵੀ ਰੁਮਾਲ ਬੰਨ ਕੇ ਜਾਂਦੇ ਉਹ ਕੇਸਰੀ ਦਸਤਾਰਾਂ ਸਜਾ ਕੇ ਜਾਣ। ਫਿਰ ਅਸਾਂ ਇਹ ਵਾਚਿਆ ਕਿ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੇ ਸਾਡੀ ਦਸਤਾਰ ਦੀ ਲਾਜ ਰੱਖੀ। ਫਿਰ ਇਸ ਸਮੇਂ ਵਿੱਚ ਅਸੀਂ ਇਹ ਵੀ ਵਿਚਾਰਿਆ ਕਿ ਗੁਰਸਿੱਖ ਨੇ ਥਾਂ ਥਾਂ ਤੇ ਲੱਗੇ ਹੋਏ ਲੰਗਰਾਂ ਦੇ ਵਿੱਚ ਜਿਹੜੇ ਕਿਸੇ ਪੀਰ ਦੀ ਜਗ੍ਹਾ ਤੇ ਲੱਗੇ ਜਾਂ ਕਿਸੇ ਮੰਦਰ ਦੀ ਜਗ੍ਹਾ ਦੇ ਉੱਤੇ ਲੱਗੇ ਨੇ, ਉਹਨਾਂ ਦੇ ਵਿੱਚੋਂ ਕਦੀ ਗੁਰਸਿੱਖ ਨੇ ਕੁਝ ਨਹੀਂ ਛਕਣਾ। ਜੇ ਕੋਈ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦਾ ਤੇ ਉਹਦੀ ਉਹ ਆਪਣੀ ਚੋਇਸ ਹੈ, ਉਹਦੇ ਵਿੱਚ ਸਾਡਾ ਕੋਈ ਇੰਟਰਫੇਅਰ ਨਹੀਂ। ਫਿਰ ਅਸੀਂ ਥੋੜੇ ਜਿਹੇ ਸਮੇਂ 'ਚ ਇਹ ਵੀ ਵਿਚਾਰਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸਰਾ ਤੱਕਿਆ ਪੰਡਤਾਂ ਨੇ, ਅਸੀਂ ਆਸਰੇ ਤੱਕਦੇ ਹਾਂ ਜਾ ਕੇ ਪੰਡਤਾਂ ਦੇ। ਤੇ ਅਖੀਰ ਵਿੱਚ ਅਸੀਂ ਇਹ ਛੋਟੀ ਜਿਹੀ ਸਾਖੀ ਸਰਵਣ ਕੀਤੀ ਕਿ ਜਦੋਂ ਕੋਈ ਪਰਮੇਸ਼ਰ ਨੂੰ ਯਾਦ ਕਰਦਾ ਹੈ, ਪਰਮੇਸ਼ਰ ਉਹਦੇ ਤੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਆਉਣ ਦਿੰਦਾ। ਇਹ ਮੈਂ ਸਾਰੀ ਡਿਟੇਲ ਤਾਂ ਕਰਕੇ ਦੁਬਾਰਾ ਦੱਸੀ ਹੈ ਕਿ ਕਈ ਵਾਰੀ ਸੁਣਦਿਆਂ ਇੱਕ ਚੀਜ਼ ਸੁਣੀਏ, ਜਦੋਂ ਦੂਜੀ ਸੁਣੀਏ ਤੇ ਪਹਿਲੀ ਭੁੱਲ ਜਾਂਦੀ ਹੈ। ਇਸ ਕਰਕੇ ਇਹ ਸਾਰਾ ਸੰਖੇਪ ਜਿਹਾ ਆਪ ਜੀ ਨੂੰ ਦੁਬਾਰਾ ਦੱਸਿਆ ਹੈ। ਆਪ ਜੀ ਦੇ ਨਾਲ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਗੁਰੂ ਅੱਗੇ ਅਰਦਾਸ ਕਰਨੀ ਉਹਨਾਂ ਭੁੱਲਾਂ ਦੀ ਮੁਆਫੀ ਮਿਲੇ। ਅਗਾਂਹ ਆਪ ਜੀ ਦੇ ਨਾਲ ਵਿਚਾਰਾਂ ਕਰਨ ਦੀ ਸਤਿਗੁਰੂ ਸਾਹਿਬ ਸੋਝੀ ਸਮਰੱਥਾ ਬਖਸ਼ਣ। ਬਹੁਤ ਬਹੁਤ ਧੰਨਵਾਦ ਗ੍ਰੰਥੀ ਸਿੰਘ ਵੀਰ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ, ਵੀਰ ਵਰਿੰਦਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ। ਗੁਰੂ ਸਾਹਿਬ ਕਿਰਪਾ ਕਰਨ। ਅਗਾਂਹ ਸਮਾਂ ਮਿਲਿਆ ਜ਼ਰੂਰ ਆਪ ਜੀ ਦੇ ਜੋੜੇ ਝਾੜਨ ਵਾਸਤੇ ਹਾਜ਼ਰ ਹੋਵਾਂਗੇ। ਇੱਕ ਪੰਕਤੀ ਦਾਸ ਪੜ੍ਹੇਗਾ, ਤੁਸੀਂ ਨਾਲ ਪੜ੍ਹਨੀ ਹੈ ਤੇ ਫਿਰ ਆਨੰਦ ਸਾਹਿਬ ਆਪਾਂ ਸਾਰੇ ਰਲ ਕੇ ਕਰਾਂਗੇ। ਸੁਣ ਮਨ ਮਿੱਤਰ ਪਿਆਰਿਆ, 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 ਸੁਣ ਮਨ ਮਿੱਤਰ ਪਿਆਰਿਆ। ਮਿਲ ਵੇਲਾ ਹੈ ਇਹ, 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 ਮਿਲ ਵੇਲਾ ਹੈ ਇਹ। ਜਬ ਲਗ ਜੋਬਨ ਸਾਸ ਹੈ, 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 ਜਬ ਲਗ ਜੋਬਨ ਸਾਸ ਹੈ। ਤਬ ਲਗ ਏ ਤਨ ਦੇਹ, ਤਬ ਲਗ ਏ ਤਨ ਦੇਹ, ਤਬ ਲਗ ਏ ਤਨ ਦੇਹ, ਤਬ ਲਗ ਏ ਤਨ ਦੇਹ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ। ਆ ਪਿਆਰੇ ਮਿੱਤਰ ਬਣਾ, ਇਹ ਸਾਰਾ ਕੁਝ ਤੈਨੂੰ ਸੁਣਾਇਆ ਹੀ, ਇਹ ਸਾਰਾ ਕੁਝ ਤੇਰੇ ਵਾਸਤੇ ਹੈ। ਤੂੰ ਹੀ ਹੈ ਜੋ ਵਾਰ-ਵਾਰ ਆਸੇ-ਪਾਸੇ ਭਟਕ ਕੇ ਖੁਆਰ ਕਰਦਾ ਹੈ। ਤੂੰ ਹੀ ਹੈ ਜੋ ਵਿਕਾਰਾਂ ਦੇ ਵਸ ਪਾ ਕੇ ਗਲਤਾਨ ਕਰਦਾ ਹੈ। ਤੂੰ ਸੁਣ ਸੁਣ ਮਨ ਮਿੱਤਰ ਪਿਆਰਿਆ, ਮਿਲ ਉਸ ਮਾਲਕ ਨੂੰ, ਪੜ੍ਹ ਉਸ ਮਾਲਕ ਦੀ ਬਾਣੀ। ਆਹ ਵੇਲਾ ਜਿਹੜਾ ਤੇਰੇ ਕੋਲ ਹੈ,
ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨ ਦਾ ਸਮਾਂ ਹੈ। ਜਬ ਲਗ ਜੋਬਨ ਸਾਸ ਹੈ, ਜਿੰਨੀ ਦੇਰ ਹੱਥ ਪੈਰ ਸਲਾਮਤ ਨੇ, ਸਵਾਸ ਚੱਲਦੇ ਨੇ, ਸਰੀਰ ਕੋਲ ਹੈ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ, ਆਪਣੇ ਇਸ ਸਰੀਰ ਦੀ ਸਹੀ ਵਰਤੋਂ ਕਰ, ਨਹੀਂ ਤੇ ਕੀ ਹੋਏਗਾ। ਇਸ ਸ਼ਬਦ ਦੀ ਅਖੀਰਲੀ ਪੰਕਤੀ ਆ, ਬਿਨ ਗੁਣ ਕੰਮ ਨਾ ਆਵਈ, ਢਹਿ ਢੇਰੀ ਤਨ ਖੇ। ਤੇਰਾ ਇਹ ਸਰੀਰ ਕਿਸੇ ਕੰਮ ਨਹੀਂ ਆਉਣਾ ਜੇ ਤੂੰ ਸੁਣਿਆ ਨਾ ਸਮਾਂ ਰਹਿੰਦਿਆਂ। ਇਹ ਤੇਰਾ ਸਰੀਰ ਮਿੱਟੀ ਢੇਰੀ ਖੇ ਹੋ ਜਾਏਗਾ। ਗੁਰੂ ਕਿਰਪਾ ਕਰੇ ਇਹ ਭੈੜਾ ਮਨ ਕਿਤੇ ਗੁਰੂ ਕੀ ਬਾਣੀ ਨੂੰ ਮੰਨ ਲਵੇ। ਆਓ ਅਸੀਂ ਸਾਰੇ ਰਲ ਕੇ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।